ਸ਼ਮਾਦਾਨ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਅੱਜ ਦਿਨ ਹੈ ਸੋਮਵਾਰ, ਤਰੀਕ ਹੈ 15 ਫਰਵਰੀ, ਸ਼ਾਮ ਦੇ 6:30 ਹੋਏ ਨੇ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੁਹਾਡੇ ਲਾਈਵ ਪ੍ਰਸਾਰਿਤ ਕੀਤਾ ਜਾਂਦਾ, ਜਿਸ ਦਾ ਮੁੜ ਪ੍ਰਸਾਰਨ ਤੁਸੀਂ ਸੁਣਦੇ ਹੋ ਰਾਤ ਨੂੰ 10:30 ਵਜੇ ਅਤੇ ਅਗਲੀ ਸਵੇਰ 4:30 ਵਜੇ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਦੇ ਲਿਸਨਰਸ ਵੱਲੋਂ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਓਨਰ ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਹੈ, ਸੈਟਲ ਏਰੀਆ 'ਚ ਤੁਹਾਨੂੰ ਲੋਕਲ ਜੋਬ ਦਿੰਦੀ ਹੈ ਜੀ। ਡੇਲੀ ਹੋਮ ਜਾ ਸਕਦੇ ਹੋ ਵਰਕ ਤੋਂ। ਡਿਸਪੈਚ ਪੰਜਾਬੀ ਅਤੇ ਇੰਗਲਿਸ਼ ਕਰਦੇ ਨੇ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 'ਤੇ ਕਾਲ ਕਰ ਸਕਦੇ ਹੋ। ਜਗਦੇਵ ਸਿੰਘ ਸੰਧੂ ਹੋਰਾਂ ਨਾਲ 2532666924 'ਤੇ ਕਾਲ ਕਰ ਸਕਦੇ ਹੋ। ਸੋ ਅੱਜ ਦਾ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਚੋਣਾਂ ਹੋਈਆਂ ਨਗਰ ਕੌਂਸਲ, ਨਗਰ ਪੰਚਾਇਤਾਂ ਦੀਆਂ, ਮਿਊਨਸੀਪਲ ਕਾਰਪੋਰੇਸ਼ਨਸ ਦੀਆਂ। ਸੋ ਇੱਕ ਤਰ੍ਹਾਂ ਨਾਲ ਗੱਲ ਕਰੀਏ ਤਾਂ ਕਾਫੀ ਵੱਡੇ ਪੱਧਰ ਦੇ ਉੱਤੇ ਲੋਕਾਂ ਨੇ ਵੋਟਾਂ ਦੇ ਵਿੱਚ ਹਿੱਸਾ ਲਿਆ। ਢਿੱਲੋਂ ਸਾਹਿਬ ਮੇਰੇ ਨਾਲ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਪੋਲਿੰਗ ਜਿਵੇਂ ਆਪਾਂ ਕਹਿ ਸਕਦੇ ਹਾਂ ਢਿੱਲੋਂ ਸਾਹਿਬ, ਉਮੀਦ ਤੋਂ ਜ਼ਿਆਦਾ ਹੀ ਕੁਛ ਨਜ਼ਰ ਆਈ। 70% ਤੋਂ ਉੱਤੇ ਲਗਭਗ ਹਰ ਜ਼ਿਲ੍ਹੇ ਦੇ ਵਿੱਚ ਪੋਲਿੰਗ ਰਹੀ ਹੈ। ਬਿਲਕੁਲ ਜੀ, 71.39% ਜੀ ਪੋਲਿੰਗ ਹੋਈ ਹੈ। 9222 ਉਮੀਦਵਾਰ ਜੀ ਸੀ ਇਹਦੇ 'ਚ, ਔਰ 17 ਫਰਵਰੀ ਨੂੰ ਇਹਦੇ ਨਤੀਜੇ ਆਉਣੇ। ਜੀ ਜਿਨ੍ਹਾਂ ਸਥਾਨਕ ਸਰਕਾਰਾਂ ਦੇ ਅਦਾਰਿਆਂ ਦੀ ਚੋਣ ਹੋਈ ਹੈ ਕੱਲ੍ਹ, ਜੀ ਉਹਨਾਂ ਦੇ ਵਿੱਚ 8 ਕਾਰਪੋਰੇਸ਼ਨ ਹੈ, ਜੀ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤ ਹੈ। ਜੀ ਔਰ ਆਮ ਤੌਰ 'ਤੇ ਤਾਂ ਆਪਾਂ ਇਹਨੂੰ ਕਹਾਂਗੇ ਤਣਾਅ ਬਹੁਤ ਜ਼ਿਆਦਾ ਸੀ, ਦਹਿਸ਼ਤ ਦਾ ਪਰਛਾਵਾਂ ਬਿਲਕੁਲ ਨਜ਼ਰ ਆਇਆ। ਹਿੰਸਾ ਵੀ ਆਪਾਂ ਨੂੰ ਦਿਖਦੀ ਰਹੀ ਹੈ। ਲੇਕਿਨ ਵੱਡੀ ਤਸੱਲੀ ਵਾਲੀ ਗੱਲ ਇਹ ਹੈ ਕਿ ਜਿੰਨਾ ਤਣਾਅ ਸੀ, ਉਸ ਤਣਾਅ ਦੇ ਮੁਕਾਬਲੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜੀ 1-2 ਥਾਵਾਂ 'ਤੇ ਸੁਲਤਾਨਪੁਰ ਲੋਧੀ ਗੋਲੀ ਚੱਲੀ, ਪੱਟੀ ਵਗੈਰਾ ਗੋਲੀ ਵੀ ਚੱਲੀ ਹੈ। ਔਰ ਇੱਧਰਲੇ ਪਾਸੇ ਜੇ ਆਪਾਂ ਦੇਖੀਏ ਰੋਪੜ ਵਾਲੇ ਪਾਸੇ, ਇੱਧਰ ਪੱਥਰਬਾਜੀ ਵੀ ਹੋਈ ਹੈ, ਤਲਵਾਰਬਾਜੀ ਵੀ ਹੋਈ ਹੈ। ਔਰ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਮੁਕਤਸਰ ਦੇ ਵਿੱਚ ਝਗੜਾ ਹੋਇਆ ਸੀ ਜੀ। ਉੱਥੇ ਕਾਂਗਰਸ ਦੇ ਕੈਂਡੀਡੇਟ ਨੂੰ ਅਕਾਲੀਆਂ ਨੇ ਕੁੱਟਿਆ। ਅੱਛਾ, ਉਲਟਾ ਕੰਮ ਹੋ ਗਿਆ। ਉਲਟਾ ਕੰਮ ਹੋਇਆ ਵੀ ਆਮ ਤੌਰ 'ਤੇ ਸੱਤਾਧਾਰੀ ਦੂਜਿਆਂ ਨੂੰ ਕੁੱਟਦੇ ਹੁੰਦੇ ਆ। ਔਰ ਉਹਨਾਂ ਦਾ ਇਲਜ਼ਾਮ ਹੈ ਕਾਂਗਰਸੀਆਂ ਦਾ ਕਿ ਸਰਕਾਰ ਸਾਡੀ ਹੈ ਤੇ ਪੁਲਿਸ ਜਿਹੜੀ ਹੈਗੀ ਆ ਉਹ ਅਕਾਲੀਆਂ ਦੇ ਇਸ਼ਾਰੇ ਤੇ ਚੱਲਦੀ ਹੈ। ਜੀ ਇਹ ਉਹਨਾਂ ਦਾ ਇਲਜ਼ਾਮ ਹੈ। ਇਹਦੇ ਨਤੀਜੇ ਵਜੋਂ ਜਿਹੜਾ ਹੋਇਆ ਇਹ ਹੈ ਕਿ ਜਿਹੜਾ ਟੇਕ ਚੰਦ ਦਾ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜੀ ਤੇ ਉਹਦੇ ਲੜਕੇ ਦੇ ਖਿਲਾਫ ਪਰਚਾ ਦਰਜ ਹੋਇਆ। ਇੱਦਾਂ ਇੱਕ ਝਗੜਾ ਹੋਰ ਹੋਇਆ ਸੀ ਜੀ। ਉਹਦੇ ਵਿੱਚ ਨਗਰ ਕੌਂਸਲ ਦੇ ਸਾਬਕਾ ਪ੍ਰੈਜ਼ੀਡੈਂਟ ਜੀ ਹਰਪਾਲ ਸਿੰਘ ਬੇਦੀ, ਜਿਹੜੇ ਅਕਾਲੀ ਦਲ ਨਾਲ ਸੰਬੰਧਿਤ ਹੈ, ਉਹਨਾਂ ਤੇ 307 ਦਾ ਪਰਚਾ ਹੋਇਆ ਜੀ। ਔਰ ਸਮਾਣਾ ਦੇ ਵਿੱਚ 3 ਬੂਥਾਂ ਤੇ ਗੜਬੜ ਹੋਈ ਹੈ। ਸਮਾਣਾ ਪਾਤੜਾ ਆਪਾਂ ਦੋਨਾਂ ਨੂੰ ਕਹਿ ਸਕਦੇ ਹਾਂ। ਹਾਂਜੀ ਹਾਂਜੀ। ਸਮਾਣੇ ਦੇ ਵਿੱਚ ਜਦੋਂ 2 ਧੜਿਆਂ ਦੇ ਦਰਮਿਆਨ ਝਗੜਾ ਹੁੰਦਾ ਸੀ, ਜੀ ਉਸ ਝਗੜੇ ਦੀ ਵਜ੍ਹਾ ਕਾਰਨ 2 ਮਸ਼ੀਨਾਂ ਜਿਹੜੀਆਂ EVM ਜੀ ਉਹਨਾਂ ਨੂੰ ਨੁਕਸਾਨ ਪੁੱਜੇ। ਤੇ ਜਦੋਂ ਉਹਨਾਂ ਨੂੰ ਨੁਕਸਾਨ ਪੁੱਜਿਆ, ਜਿਹੜੀ ਇਹਦੇ 'ਚ ਪੋਲਿੰਗ ਹੋਈ ਹੈ ਉਹ ਪੋਲਿੰਗ ਤਾਂ ਸਮਝ ਲਓ ਵੀ ਡੈਮੇਜ ਹੈ। ਹੈ। ਇਸ ਕਰਕੇ ਉੱਥੇ ਪੋਲਿੰਗ ਦੁਬਾਰਾ ਕਰਵਾਉਣੀ ਪੈਣੀ ਹੈ। ਸ਼ਾਇਦ ਹੁਣ ਤੱਕ ਇਲੈਕਸ਼ਨ ਕਮਿਸ਼ਨ ਨੇ ਆਰਡਰ ਵੀ ਕਰ ਦਿੱਤੇ ਹੋਣ। ਜੀ ਜਿੱਥੋਂ ਤੱਕ ਪਾਤੜਾਂ ਦਾ ਸਵਾਲ ਹੈ, ਪਾਤੜਾਂ 'ਚ ਇਹ ਹੋਇਆ ਕਿ ਕੁਝ ਬੰਦੇ ਆਏ ਤੇ ਉਹ EVM ਚੱਕ ਕੇ ਭੱਜ ਗਏ। ਅੱਛਾ ਜੀ। EVM ਜਦੋਂ ਹੁਣ ਨਹੀਂ ਰਹੀ ਤੇ ਕਾਊਂਟਿੰਗ ਕਿੱਥੋਂ ਹੋਣੀ ਹੈ? ਇਸ ਕਰਕੇ ਜਿਹੜੀ ਹੈ ਇਲੈਕਸ਼ਨ ਉੱਥੇ ਵੀ 3 ਮਤਲਬ ਆਪਾਂ ਕਹਿ ਸਕਦੇ ਹਾਂ ਵੀ 3 ਤਾਂ ਯਾਰਾ ਤੌਰ ਤੇ ਸਪਸ਼ਟ ਹੋ ਗਈਆਂ, ਜਿੱਥੇ ਰੀਕਾਊਂਟਿੰਗ ਪੋਲਿੰਗ ਹੋਣੀ ਹੈ। ਔਰ ਹੋਰ ਕੁਝ ਥਾਵਾਂ ਤੇ ਵੀ ਹੋ ਸਕਦੀ ਹੈ। ਵੈਸੇ ਜਿਵੇਂ ਕਿ ਖਤਰਾ ਸੀ ਸ਼ੁਰੂ, ਕਿਉਂਕਿ ਇਹਦੇ ਵਿੱਚ ਇਨਵੋਲਵਮੈਂਟ ਬਹੁਤ ਵੱਡੇ ਪੱਧਰ ਤੇ ਪੋਲੀਟੀਕਲ ਲੀਡਰਾਂ ਦੀ ਸੀ। ਸ਼ੁਰੂ 'ਚ ਆਪਾਂ ਦੇਖਿਆ ਜਲਾਲਾਬਾਦ ਦੇ ਇਲਾਕੇ ਦੇ ਵਿੱਚ ਜਦੋਂ ਨੋਮੀਨੇਸ਼ਨ ਪੇਪਰ ਫਾਈਲ ਕਰਨੇ ਸੀ, ਉਹਦੇ ਬਹੁਤ ਵੱਡੇ ਪੱਧਰ ਤੇ ਹੋਇਆ। ਅਕਾਲੀ ਦਲ ਦੇ ਪ੍ਰੈਜ਼ੀਡੈਂਟ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੇ ਲਾਮ ਲਸ਼ਕਰ ਦੇ ਨਾਲ ਉੱਥੇ ਪਹੁੰਚਦੇ ਜੀ, ਕਿਉਂਕਿ ਉਹਨਾਂ ਨੂੰ ਬੜੀ ਜਿਹੜੀ ਹਾਈ ਪਾਵਰ ਸਿਕਿਉਰਿਟੀ ਹੈ ਉਹਨਾਂ ਦੇ ਕੋਲੇ। ਕਾਇਦੇ ਦੇ ਮੁਤਾਬਕ ਉਹਨਾਂ ਦੇ ਕਾਫਲੇ ਨੂੰ ਅੰਦਰ ਨਹੀਂ ਸੀ ਜਾਣ ਦੇਣਾ ਚਾਹੀਦਾ, ਲੇਕਿਨ ਪੁਲਿਸ ਇਹਨਾਂ ਕਰ ਲੈਂਦੀ ਹੈ ਜਦੋਂ ਨਾਲ ਸਿਕਿਉਰਿਟੀ ਵਗੈਰਾ ਹੁੰਦੀ ਹੈ ਵੀ ਜਾ ਵੜੋ। ਉਹ 2 ਬੰਦੇ ਗਏ ਤੇ ਫਿਰ ਉਹਨਾਂ ਤੇ ਪਥਰਾਅ ਹੋਇਆ। ਤੇ ਪਥਰਾਅ ਦੇ ਨਾਲ ਇਹ ਲੱਗਦਾ ਸੀ ਕਿ ਕੋਈ ਵੱਡਾ ਨੁਕਸਾਨ ਹੋ ਸਕਦਾ, ਲੇਕਿਨ ਸੁਖਬੀਰ ਸਿੰਘ ਬਾਦਲ ਦੇ ਗਨਮੈਨ ਨੇ
ਫਾਇਰਿੰਗ ਵਗੈਰਾ ਕਰਕੇ ਉਹਨਾਂ ਨੂੰ ਵਿਚਾਰਿਆ ਸੀ। ਉਹਦੇ ਤੋਂ ਇਉਂ ਮਹਿਸੂਸ ਹੁੰਦਾ ਸੀ ਕਿ ਇਹ ਇਲੈਕਸ਼ਨਾਂ ਜਿਹੜੀਆਂ ਹੈਗੀਆਂ ਇਹ ਕਾਫੀ ਖੂਨਖਾਰ ਹੋਣਗੀਆਂ। ਬਠਿੰਡੇ ਦੇ ਵਿੱਚ ਵੀ ਕੱਲ੍ਹ ਇੱਕਾ ਦੁੱਕਾ ਘਟਨਾਵਾਂ ਵਾਪਰੀਆਂ, ਲੇਕਿਨ ਕੋਈ ਵੱਡੀ ਹਿੰਸਕ ਜਿਹੜੀ ਹੈਗੀ ਹੈ ਵਾਰਦਾਤ ਨਹੀਂ ਹੋਈ। ਔਰ ਬਠਿੰਡੇ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਬਠਿੰਡੇ ਨੂੰ ਅਸੀਂ ਰਾਜਨੀਤਿਕ ਤੌਰ 'ਤੇ ਬਹੁਤ ਮਹੱਤਵਪੂਰਨ ਸਮਝਦੇ ਹਾਂ। ਕਾਰਨ ਉਹਦਾ ਇਹ ਹੈ ਕਿ ਇਹ ਦੋ ਮੁੱਖ ਮੰਤਰੀਆਂ ਦਾ ਜੱਦੀ ਹਲਕਾ ਹੈ। ਕਿਉਂਕਿ ਲੰਬੀ ਹਲਕਾ ਪਹਿਲਾਂ ਫਰੀਦਕੋਟ 'ਚ ਹੁੰਦਾ ਸੀ, ਉਹ ਤੋੜ ਕੇ ਪਾਰਲੀਮਾਨੀ ਹਲਕਾ ਬਠਿੰਡਾ 'ਚ ਆ ਗਿਆ। ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਪਿੰਡ ਇਹਦੇ 'ਚ ਆ ਗਿਆ। ਉਹਨਾਂ ਦੀ ਜਿਹੜੀ ਹੈਗੀ ਨੂੰਹ ਰਾਣੀ ਬੀਬਾ ਹਰਸਿਮਰਤ ਕੌਰ ਬਾਦਲ, ਉਹ ਇੱਥੋਂ ਪਾਰਲੀਮੈਂਟ ਦੇ ਮੈਂਬਰ ਹੈ। ਥੋੜ੍ਹਾ ਸਮਾਂ ਪਹਿਲਾਂ ਤੱਕ ਤਾਂ ਉਹ ਕੇਂਦਰ ਦੇ ਵਿੱਚ ਵਜ਼ੀਰ ਵੀ ਹੁੰਦੇ ਸੀ, ਲੇਕਿਨ ਕਿਸਾਨ ਅੰਦੋਲਨ ਦੀ ਬਦੌਲਤ ਉਹਨਾਂ ਨੂੰ ਮਜਬੂਰ ਹੋਣਾ ਪੈ ਗਿਆ ਅਸਤੀਫਾ ਦੇਣ ਵਾਸਤੇ, ਤੇ ਉਹ ਬਾਹਰ ਆ ਗਏ। ਦੂਸਰੇ ਪਾਸੇ ਦੇਖੀਏ ਅਸੀਂ ਤਾਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦਾ ਆਪਣਾ ਜਿਹੜਾ ਉਹਨਾਂ ਦੇ ਪੁਰਖਿਆਂ ਦਾ ਪਿੰਡ ਹੈ ਮਹਿਰਾਜ, ਉਹ ਵੀ ਇਸੇ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ। ਤੇ ਮਹਿਰਾਜ ਦੇ ਨਾਲ ਜਿਹੜਾ ਹੈਗਾ ਤੁਹਾਡੀ ਭੁੱਚੋ ਕਲਾਂ ਕੰਸਟੀਚੁਐਂਸੀ, ਭੁੱਚੋ ਕਲਾਂ ਕੰਸਟੀਚੁਐਂਸੀ ਦੇ ਜਿਹੜੇ ਕਾਫੀ ਸਾਰੇ ਪਿੰਡ ਹੈ ਜਿਹੜੇ, ਉਹ ਬਾਈਆ ਕਹਾਉਂਦਾ ਹੈ। ਮਤਲਬ 22 ਪਿੰਡਾਂ ਦਾ ਇੱਕ ਕਲਸਟਰ ਹੈ ਜਿਹਨੂੰ ਬਾਈਆ ਕਿਹਾ ਜਾਂਦਾ, ਤੇ ਇਹ ਸਾਰਾ ਹੀ ਸਿੱਧੂ ਬਰਾੜਾਂ ਦਾ। ਇਹਨਾਂ ਸਾਰੇ ਥਾਵਾਂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦਾ ਮਤਲਬ ਕਹਿ ਸਕਦੇ ਹਾਂ ਆਪਾਂ ਪਰਿਵਾਰਕ ਰਿਸ਼ਤਿਆਂ ਦੀ ਵਾਲੀ ਗੱਲ ਹੈਗੀ। ਸੋ ਉੱਥੇ ਵੀ ਗੜਬੜ ਹੈ, ਲੱਗਦੀ ਸੀ ਵੀ ਕਿ ਗੜਬੜ ਡਾਢੀ ਹੋਊਗੀ। ਮਹਿਰਾਜ ਦੇ ਵਿੱਚ ਅਕਸਰ, ਮਹਿਰਾਜ ਤੇ ਰਾਮਪੁਰਾ ਫੂਲ ਦੇ ਹਲਕੇ ਦੇ ਵਿੱਚ ਜੇ ਆਪਾਂ ਦੇਖੀਏ, ਅਕਸਰ ਉੱਥੇ ਵਾਇਲੈਂਸ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ। ਲੇਕਿਨ ਇੱਥੇ ਹੋਇਆ ਕਿ ਇੱਕ ਤਾਂ ਪਹਿਲਾਂ ਹੀ ਜਦੋਂ ਨੋਮੀਨੇਸ਼ਨ ਪੇਪਰ ਫਾਈਲ ਕਰਨੇ ਸੀ, ਉਦੋਂ ਅਕਾਲੀ ਦਲ ਦਾ ਇਲਜ਼ਾਮ ਹੈ ਕਿ ਕਾਂਗਰਸ ਵਾਲਿਆਂ ਨੇ ਸਾਡੇ ਤਾਂ ਜਿਹੜੇ ਨਾਮਜ਼ਦਗੀ ਪੇਪਰ ਹੀ ਰੱਦ ਕਰਵਾਏ ਜਾਂ ਭਰਨੀ ਨਹੀਂ ਦਿੱਤੇ। ਜਿਵੇਂ ਮਹਿਰਾਜ ਦੇ ਵਿੱਚੋਂ ਕਾਫੀ ਸਾਰੇ ਲੋਕ ਹੈ ਜਿਹੜੇ ਉਹ ਅਨਅਪੋਜ਼ਡ ਹੀ ਆ ਗਏ। ਇਸੇ ਤਰੀਕੇ ਕੁਝ ਹੋਰਾਂ ਥਾਵਾਂ ਤੇ ਵੀ ਆ ਗਏ, ਉਹ ਕਾਗਜ਼ੀ ਅਗਲਾਂ ਦੇ ਪਾੜ ਤੇ ਚਕਵਾਤੇ ਕਰਤਾ, ਜੋ ਕੁਝ ਕਰਤਾ ਕਰਾਉਂਦਾ, ਇਸ ਤਰ੍ਹਾਂ ਹੋਇਆ। ਲੇਕਿਨ ਇੱਕ ਗੱਲ ਆਪਾਂ ਨੂੰ ਨੋਟ ਕਰਨੀ ਪੈਣੀ ਹੈ ਕਿ ਬੜੇ ਲੰਬੇ ਅਰਸੇ ਬਾਅਦ ਸਟੇਟ ਲੈਵਲ ਤੇ ਪੁਲਿਸ ਪ੍ਰਸ਼ਾਸਨ ਨੇ ਇਸ ਗੱਲ ਨੂੰ ਨੋਟ ਕੀਤਾ ਸੀ ਕਿ ਇਹ ਗੜਬੜ ਹੋਊਗੀ, ਔਰ ਉਹਨਾਂ ਨੇ ਰਾਮਪੁਰਾ ਫੂਲ ਦੇ ਇਲਾਕੇ ਦੇ ਵਿੱਚ ਗੜਬੜ ਨੂੰ ਰੋਕਣ ਵਾਸਤੇ ਜਿਹੜੇ ਮੁਸਤੈਦ ਪ੍ਰਬੰਧ ਕੀਤੇ ਸੀ, ਉਹਨਾਂ ਨੇ ਵੀ ਆਪਦਾ ਕੰਮ ਦਿੱਤਾ। ਦੂਜੇ ਪਾਸੇ ਆਪਾਂ ਦੇਖੀਏ ਤਾਂ ਪੱਟੀ ਦੇ ਵਿੱਚ ਕਾਫੀ ਹੋ ਹੱਲਾ ਹੋਇਆ। ਪੱਟੀ ਦੇ ਵਿੱਚ ਪੱਥਰਬਾਜੀ ਵੀ ਹੋਈ, ਔਰ ਪੱਟੀ ਦੇ ਵਿੱਚ ਇਲੈਕਸ਼ਨ ਤੋਂ 2 ਦਿਨ ਪਹਿਲਾਂ ਜਿਹੜੇ ਸਾਬਕਾ ਵਿਧਾਇਕ ਹੈ ਵਿਰਸਾ ਸਿੰਘ ਬਲਟੋਹਾ, ਭਿੱਖੀ ਬਿੰਡ ਦੇ ਵਿੱਚ ਵਿਰਸਾ ਸਿੰਘ ਬਲਟੋਹਾ ਦਾ ਇੱਕ ਥਾਣੇਦਾਰ ਦੇ ਨਾਲ ਤਕਰਾਰ ਹੈ ਜਿਹੜਾ, ਉਹ ਵਾਇਰਲ ਹੁੰਦਾ, ਵੀਡੀਓਜ਼ ਵਾਇਰਲ ਹੁੰਦੀਆਂ। ਮਤਲਬ ਇਸ ਕਿਸਮ ਦੀ ਗੱਲ, ਡਰ ਬਹੁਤ ਜ਼ਿਆਦਾ ਸੀ ਕਿ ਗੜਬੜ ਹੋਊਗੀ, ਲੇਕਿਨ ਗੜਬੜ ਨਹੀਂ ਹੋਈ, ਇਹ ਸ਼ੁਕਰ ਹੈ। ਔਰ ਇਹਦੇ 'ਚ ਮੈਂ ਸਮਝਦਾ ਕਿ ਕਿਸਾਨ ਅੰਦੋਲਨ ਦਾ ਵੀ ਵੱਡਾ ਯੋਗਦਾਨ ਹੈ, ਕਿਉਂਕਿ ਪਿੰਡਾਂ ਦੇ ਲੋਕ ਜ਼ਿਆਦਾਤਰ ਜਿਹੜੇ ਹੈਗੇ ਕਿਸਾਨ ਅੰਦੋਲਨ ਦੇ ਸ਼ਹਿਰੀ ਲੋਕ ਇਨਵੋਲਵ ਹੋਏ। ਇੱਕ ਇਲੈਕਸ਼ਨ ਸ਼ਹਿਰੀਆਂ ਦਾ ਹੈ, ਪਾਰਟੀਆਂ ਦੇ ਨਾਲ ਕਮਿਟਡ ਬੰਦੇ ਪਿੰਡਾਂ ਦੇ ਵਿੱਚੋਂ ਜਿਹੜੇ ਹੈਗੇ ਉਹ ਤਾਂ ਸ਼ਹਿਰਾਂ 'ਚ ਆਏ ਹੈ, ਲੇਕਿਨ ਜਿਹੜੇ ਜ਼ਿਆਦਾਤਰ ਕਿਸਾਨ ਹੈ ਨਾ ਜਿਹੜੇ, ਉਹ ਤਾਂ ਸਰਹੱਦਾਂ ਤੇ ਬੈਠੇ। ਔਰ ਇਹਦੇ ਤੇ ਕਿਸਾਨ ਅੰਦੋਲਨ ਦਾ ਅਸਰ ਇਹ ਵੀ ਆਪਾਂ ਨੂੰ ਦੇਖਣਾ ਪੈਣਾ ਹੈ ਕਿ ਮੁੱਖ ਤੌਰ ਦੇ ਉੱਤੇ 3 ਤਰ੍ਹਾਂ ਇੱਥੇ ਇਲੈਕਸ਼ਨ ਲੜ ਰਹੀਆਂ। ਕਾਂਗਰਸ ਪਾਰਟੀ ਰੂਲਿੰਗ ਪਾਰਟੀ ਹੈ, ਅਕਾਲੀ ਦਲ ਬਹੁਤ ਲੰਬਾ ਸਮਾਂ 10 ਸਾਲ ਉਹਨਾਂ ਨੇ ਰਾਜ ਕੀਤਾ ਹੈ, ਮੁੱਖ ਵਿਰੋਧੀ ਧਿਰ ਹੈ ਜਿਹੜੀ ਪੰਜਾਬ ਦੇ ਵਿੱਚ ਉਹ ਆਮ ਆਦਮੀ ਪਾਰਟੀ ਹੈ। ਇਹ ਤਿੰਨੇ ਜਿਹੜੇ ਹੈਗੇ ਆ, ਇਹਨਾਂ ਨੇ ਗਹਿ ਚ ਲੜਾਈ ਲੜੀ ਹੈ, ਆਪੋ ਜਿੰਨੀ ਇਹਨਾਂ ਦੀ ਤਾਕਤ ਸੀ ਇਹਨਾਂ ਨੇ ਤਾਕਤ ਲਾਈ ਵੀ ਹੈ। ਲੇਕਿਨ ਮਾੜੀ ਹਾਲਤ ਰਹੀ ਹੈ ਇਹਨਾਂ ਇਲੈਕਸ਼ਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਭਾਵੇਂ ਹਿੰਮਤ ਕਾਫੀ ਕੀਤੀ, ਅੰਦਰ ਬਿਨਾਂ ਬਿੱਲਿਆਂ ਤੋਂ ਬਹੁਤ ਕੁਝ ਕੀਤਾ, ਬਿਨਾਂ ਚੋਣ ਨਿਸ਼ਾਨ ਤੋਂ ਵੀ ਬਹੁਤ ਕੁਝ ਕੀਤਾ। ਉਹਨਾਂ ਦੇ ਲੀਡਰਾਂ ਨੇ ਵੀ ਮਤਲਬ ਇਸ ਗੱਲ ਨੂੰ ਦੇਖਦਿਆਂ ਹੋਇਆਂ ਕਿ ਪੰਜਾਬ ਦੇ ਵਿੱਚ ਬਹੁਤ ਸਾਰਾ ਤਣਾਅ ਹੈ, ਇਸ ਗੱਲ ਨੂੰ ਨੋਟ ਕਰਦਿਆਂ ਹੋਇਆਂ ਕਿ ਜਿਹੜੇ ਹੈਗੇ ਕਿਸਾਨ ਭਾਈਚਾਰਾ, ਉਹ ਸ਼ਹਿਰਾਂ ਦੇ ਵਿੱਚ ਤੁਹਾਡੇ ਟੋਲ ਪਲਾਜ਼ਿਆਂ ਦੇ ਉੱਤੇ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਕਾਰੋਬਾਰੀ ਅਦਾਰੇ, ਉਹਨਾਂ ਦੇ ਸਾਹਮਣੇ ਧਰਨੇ ਲਾਈ ਬੈਠੇ। ਤੇ ਜਦੋਂ ਪਤਾ ਲੱਗਦਾ ਸੀ ਕਿ ਅੱਜ ਬੀਜੇਪੀ ਦਾ ਕੋਈ ਲੀਡਰ ਆ ਰਿਹਾ ਤੇ ਉਹਦਾ ਘਰਾਓ ਵਗੈਰਾ ਹੁੰਦਾ ਸੀ, ਇਹਦੇ ਬਾਵਜੂਦ ਵੀ ਉਹਨਾਂ ਨੇ ਮਤਲਬ ਜਿਹੜਾ ਹੈਗਾ ਆਉਣਾ ਜਾਣਾ ਛੱਡਿਆ ਨਹੀਂ। ਉਹਦੇ 2 ਕਾਰਨ ਸੀ, ਇੱਕ ਤਾਂ ਉਹ ਜਿਹੜੀ ਹੈਗੀ ਕਮਿਊਨਲ ਤੌਰ ਤੇ ਜਿਹੜੀ ਪੋਲਰਾਈਜੇਸ਼ਨ ਕਰ ਰਹੇ ਸੀ ਕਿ ਸ਼ਹਿਰੀ ਲੋਕ ਜਿਹੜੇ ਹੈਗੇ ਉਹ ਇਹ ਮਹਿਸੂਸ ਕਰਨ ਕਿ ਇਹਨਾਂ ਦੇ ਨਾਲ ਧੱਕਾ ਹੁੰਦਾ ਹੈ। ਅਸੀਂ ਸ਼ਹਿਰੀ ਲੋਕਾਂ ਦੇ ਵਿੱਚੋਂ ਆਪਾਂ ਨੂੰ ਪਤਾ ਹੈ ਕਿ ਬਹੁ ਗਿਣਤੀ ਹਿੰਦੂ ਭਾਈਚਾਰੇ ਦੀ, ਉਹ ਹਿੰਦੂ ਭਾਈਚਾਰੇ ਨੂੰ ਗੋਲਬੰਦ ਕਰਨ ਵਾਲੀ ਉਹਨਾਂ ਦੀ ਇੱਕ ਚਾਲ ਸੀ। ਤੇ ਦੂਸਰਾ ਜਿਹੜਾ ਹੈਗਾ ਉਹਨਾਂ ਦਾ ਇਹ ਵੀ ਸੀ ਕਿ ਆਪਣੇ ਕਾਡਰ ਨੂੰ ਵੀ ਥੋੜਾ ਜਿਹਾ ਹੌਸਲਾ ਦੇਣਾ। ਸੋ ਰਿਜ਼ਲਟ ਹੁਣ 17 ਨੂੰ ਆਊਗਾ ਜੀ। 17 ਨੂੰ ਜਿਹੜਾ ਰਿਜ਼ਲਟ ਆਊਗਾ, ਉਹ ਰਿਜ਼ਲਟ ਵੀ ਦੇਖਣਾ ਪਊਗਾ ਕਿ ਉਹ ਰਿਜ਼ਲਟ ਜਿਹੜਾ ਹੈਗਾ ਪੰਜਾਬ ਦੀ ਪੋਲੀਟਿਕਸ ਦੇ ਉੱਤੇ ਕੀ ਅਸਰ ਪਾਉਂਦਾ ਹੈ। ਵੱਡੀ ਗੱਲ ਇਹ ਹੋਣੀ ਹੈ ਕਿਉਂਕਿ ਇਲੈਕਸ਼ਨਾਂ ਦੇ ਵਿੱਚ ਤਾਂ ਸਮਾਂ ਹੀ ਥੋੜਾ ਰਹਿ ਗਿਆ। ਚਲੋ ਸਭ ਬਿਲਕੁਲ ਤੁਹਾਡੀ ਗੱਲ ਮੈਨੂੰ ਇੱਕ ਜਾਇਜ਼ ਆਉਂਦੀ ਹੈ, ਤੇ ਇੱਕ ਦੂਸਰੀ ਗੱਲ ਮੈਨੂੰ ਇਹ ਵੀ ਸਮਝ ਆਉਂਦੀ ਹੈ, ਸ਼ਾਇਦ
ਅਕਾਲੀ ਦਲ ਤੋਂ ਕੁਝ ਸਿੱਖ ਵੀ ਲਈ ਹੈ ਕਾਂਗਰਸ ਨੇ। ਜੀ, ਉਹ ਕੀ ਸੀਗਾ ਕਿ ਦੇਖੋ ਇਲੈਕਸ਼ਨ ਤਾਂ ਪ੍ਰੋਸੈਸ ਤਾਂ ਵਿਧਾਨ ਸਭਾ ਦਾ ਸ਼ੁਰੂ ਹੋ ਗਿਆ। ਬਿਲਕੁਲ। ਜੇਕਰ ਆਪਾਂ ਕਹਿੰਦੇ ਕਿ ਧੱਕਾ ਤਾਂ ਮੌਜੂਦਾ ਜਿਹੜੀਆਂ ਸੱਤਾਧਾਰੀ ਕਰਦੀਆਂ, ਜਿਹਦੀ ਹਕੂਮਤ ਹੁੰਦੀ ਉਹ ਕਰਦੇ ਆ, ਉਹਨਾਂ ਨੂੰ ਆਪਾਂ ਦੁੱਧ ਉੱਤੇ ਨਹੀਂ ਕਹਿ ਸਕਦੇ। ਹੁਣ ਕੀ ਹੋਇਆ ਕਿ ਅਸਲ ਦੇ ਵਿੱਚ ਕੀ ਹੁੰਦਾ ਸੀ, ਪਹਿਲਾਂ ਕੁਝ ਇਹੋ ਜਿਹੇ ਬੰਦਿਆਂ ਨੂੰ ਜਿਤਾ ਲਿਆ ਜਾਂਦਾ ਸੀ ਜਿਨ੍ਹਾਂ ਦਾ ਜਨਤਕ ਆਧਾਰ ਨਹੀਂ ਹੁੰਦਾ ਸੀ, ਧੱਕਾ ਮੁੱਕੀ ਕਰਕੇ ਜਿਤਾ ਲੈਂਦੇ। ਬਿਲਕੁਲ। ਤੇ ਉਹਨਾਂ ਦਾ ਵਿਰੋਧ ਜਿਹੜਾ ਹੁੰਦਾ ਸੀਗਾ, ਉਹ ਅੱਗੇ ਇਲੈਕਸ਼ਨ ਪਹਿਲਾਂ ਹੋ ਜਾਂਦੇ ਸੀ, MLA MP ਦੀਆਂ ਵੋਟਾਂ ਤੱਕ ਨੂੰ ਠੰਡਾ ਪੈ ਜਾਂਦਾ ਸੀ। ਬਿਲਕੁਲ। ਹੁਣ ਜੇਕਰ ਉਹ ਜਿਤਾਉਂਦੇ ਧੱਕੇ ਨਾਲ ਤਾਂ ਉਹਨਾਂ ਦਾ ਵਿਰੋਧ ਤਾਂ ਸ਼ਰੇਆਮ ਫਿਰ ਹਜੇ ਉਬਾਲ ਖਾਣਾ ਸੀ। ਜਿਹੜੇ ਲੋਕਾਂ ਨੂੰ ਪਤਾ ਵੀ ਅਸੀਂ ਇਸ ਬੰਦੇ ਨੂੰ ਵੋਟ ਪਾਉਣੀ, ਸਾਡੀ ਪੈਣ ਨਹੀਂ ਦਿੱਤੀ, ਤੇ ਪੈਣ ਕਿਹਨੇ ਨਹੀਂ ਦਿੱਤੀ? ਸਥਾਨਕ MLA ਨੇ ਨਹੀਂ ਪੈਣ ਦਿੱਤੀ, ਜਾਂ ਸੱਤਾਧਾਰੀ MLA ਨੇ, ਜਾਂ ਹਲਕੇ ਇੰਚਾਰਜ ਨੇ ਨਹੀਂ ਪੈਣ ਦਿੱਤੀ। ਬਿਲਕੁਲ। ਤੇ ਉਹ ਵਿਰੋਧ ਵਧਣਾ ਸੀ। ਫਿਰ ਤੀਸਰੀ ਗੱਲ, ਸਰਕਾਰ ਨੇ ਕਿਤੇ ਨਾ ਕਿਤੇ ਇਹ ਵੀ ਟੈਸਟੋਮੀਟਰ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਚਲੋ ਵਿਧਾਨ ਸਭਾ ਲਈ ਸਾਨੂੰ ਇੱਕ ਕੇਸ ਸਟੱਡੀ ਮਿਲ ਗਿਆ ਵੀ ਅਸੀਂ ਕਿੰਨੇ ਕੁ ਪਾਣੀ 'ਚ ਹੈ ਚੰਗੇ ਸ਼ਹਿਰਾਂ ਦੇ ਵਿੱਚ। ਬਿਲਕੁਲ ਠੀਕ ਆ, ਜੀਰੇ ਵਰਗੇ 'ਚ ਹੁਣ ਜੀਰਾ ਧੱਕਾ ਕਰ ਗਿਆ ਜਾਂ ਹੋਰ ਇਹੋ ਜਿਹੇ ਥਾਵਾਂ ਤੇ ਧੱਕੇ ਕੀਤੇ ਨੇ, ਪਰ ਵੱਡੇ ਤਾਦਾਦ ਦੇ ਵਿੱਚ ਦੇ ਕੇ ਰੱਖੀਏ ਤਾਂ ਬਠਿੰਡੇ ਦਾ ਹੀ ਲੈ ਲਈਏ ਆਪਾਂ। ਬਠਿੰਡੇ ਦੇ ਵਿੱਚ ਤਾਂ ਇਹੋ ਜਿਹੇ ਕਈ ਕੇਸ ਆਪਣੇ ਹੈਗੇ ਆ ਸਾਹਮਣੇ ਧਿਆਨ 'ਚ ਵੀ, ਜਿਹੜੇ ਰੱਦ ਹੀ ਹੋ ਸਕਦੇ ਸਿੱਧੇ, ਤੇ ਉਹ ਵੀ ਪ੍ਰਸ਼ਾਸਨ ਨੇ ਨਹੀਂ ਕੀਤੇ ਵੀ ਭਾਈ ਕਿਸੇ ਦੇ ਕਾਗਜ਼ ਹੀ ਨਹੀਂ ਰੱਦ ਕਰਨੇ। ਇਹਨੂੰ ਤੁਸੀਂ ਕਿਵੇਂ, ਇਹਨੂੰ ਵੀ ਇੱਕ ਆਪਣੇ ਆਪ ਦੇ ਵਿੱਚ ਕੇਸ ਸਟੱਡੀ ਦੇ ਤੌਰ ਦੇ ਉੱਤੇ ਲੈ ਸਕਦੇ ਆਪਾਂ। ਦੇਖੋ, ਦੋਨੇ ਜ਼ਿਲ੍ਹੇ, ਬਠਿੰਡਾ ਪਾਰਲੀਮਾਨੀ ਹਲਕਾ ਜੀ, ਬਠਿੰਡੇ 'ਚ ਵੀ ਤੇ ਮਾਨਸਾ 'ਚ ਵੀ ਨਹੀਂ ਪੀਸਫੁਲ ਇਲੈਕਸ਼ਨ ਜ਼ਿਆਦਾਤਰ। ਜੇ ਆਪਾਂ ਦੇਖੀਏ ਮਾਨਸਾ 'ਚ ਤਾਂ ਕੋਈ ਘਟਨਾ ਨਹੀਂ ਹੋਈ। ਹਾਲਾਂਕਿ ਮਾਨਸਾ ਦੇ ਵਿੱਚ ਜ਼ਿਆਦਾ ਸਮਝਿਆ ਜਾਂਦਾ ਵੀ ਉੱਥੇ ਗੜਬੜ ਹੋ ਸਕਦੀ ਹੈ, ਕਿਉਂਕਿ ਉੱਥੇ ਤਿੰਨੇ ਤਰ੍ਹਾਂ ਬਰਾਬਰ ਦੀਆਂ। ਹਾਲਾਂਕਿ ਮੇਰੇ ਖਿਆਲ ਕਾਂਗਰਸ ਪਾਰਟੀ ਕੋਲ ਤਾਂ ਇੱਕੋ ਹੀ MLA ਹੈ ਜੀ, ਉਹ ਵੀ ਜਿਹੜਾ ਆਧਾਰਾ ਲਿਆ ਸੀ ਨਾਜ਼ਰ ਸਿੰਘ ਮਾਨਸ਼ਾਹੀ, ਆਮ ਆਦਮੀ ਪਾਰਟੀ ਤੋਂ। ਜੀ, ਆਮ ਆਦਮੀ ਪਾਰਟੀ ਦੇ ਕੋਲੇ ਤੁਹਾਡਾ ਬੁਢਲਾਡਾ ਆ ਗਿਆ। ਸਰਦੂਲਗੜ੍ਹ ਅਕਾਲੀ ਦਲ ਕੋਲੇ ਆ ਗਿਆ 3 ਸੀਟਾਂ ਨੇ। ਕਾਂਗਰਸ ਕੋਲੇ ਇਕੱਲਾ ਆਧਾਰਾ ਲਿਆ ਵੇ। ਅਸਲ ਜੇ ਬੇਸ ਦੇਖੀਏ ਆਪਾਂ ਤਾਂ ਬੇਸ ਤਾਂ ਰਹਿ ਗਿਆ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਕੋਲੇ। ਇਹਦੇ ਬਾਵਜੂਦ ਵੀ ਹਕੂਮਤ ਨੇ ਉੱਥੇ ਧੱਕਾ ਕਰਨਾ ਸੀ, ਉੱਥੇ ਧੱਕਾ ਨਹੀਂ ਹੋਇਆ। ਇਹ ਠੀਕ ਹੈ ਤੁਹਾਡੀ ਗੱਲ ਕਿ ਉਹਨਾਂ ਨੇ ਲੋਕ ਮਨਾਂ ਨੂੰ ਵਿਨ ਓਵਰ ਕਰਨ ਦਾ ਇੱਕ ਯਤਨ ਕੀਤਾ ਔਰ ਇਹ ਸਲਾਹੁਣਯੋਗ ਹੈ। ਅਕਾਲੀ ਦਲ ਦੀ ਤਾਂ ਆਪਾਂ ਬਹੁਤ ਵਾਰੀ ਦੇਖਿਆ ਕਿ ਕੁੰਡੀਆਂ ਲੱਗ ਜਾਂਦੀਆਂ ਸੀ। ਨਹੀਂ, ਉਦੋਂ ਪਹਿਲਾਂ ਕਾਂਗਰਸ ਵੀ ਲੱਗੀਆਂ। ਐਤਕੀ ਮਤਲਬ ਕੁੰਡੀਆਂ ਨਹੀਂ ਲੱਗੀਆਂ। ਐਤਕੀ ਉਹ ਚੀਜ਼ ਨਹੀਂ ਦੇਖਣ ਨੂੰ ਮਿਲੀ। ਉਹ ਕੁੰਡੀਆਂ ਨਹੀਂ, ਇੱਥੇ ਥੋੜਾ ਜਿਹਾ ਰੌਲਾ ਪਿਆ। ਇੱਕ ਆਪਣੇ DAV ਕਾਲਜ ਦੇ ਵਿੱਚ ਰੌਲਾ ਪਿਆ ਸੀ, ਉੱਥੇ ਬੂਥ ਕੈਪਚਰ ਹੋਏ। ਹਾਂਜੀ, ਉਹ ਮਤਲਬ ਧੱਕਾ ਮੁੱਕੀ ਹੁੰਦੀ ਹੈ, ਵੋਟਾਂ ਪੈਂਦੀਆਂ। ਉਹ ਹੋਇਆ ਕੱਲਾ ਕੋਈ, ਉਹ ਆਪਾਂ ਇਹ ਕਹਿ ਸਕਦੇ ਹਾਂ ਕਿ ਉਹ ਸਰਕਾਰ ਲੈਵਲ ਤੇ ਨਹੀਂ ਹੋਇਆ, ਉਹ ਕੈਂਡੀਡੇਟ ਲੈਵਲ ਤੇ। ਜਾਂ ਜਿਵੇਂ ਸਮਝ ਲਓ ਵੀ ਉੱਥੇ ਪਰਸਰਾਮ ਨਗਰ ਲੈਣੋ ਪਾਰ, ਉਹਦੇ ਵਿੱਚ ਕੋਸ਼ਿਸ਼ ਸੀਗੀ ਕਿ BJP ਤੇ ਅਕਾਲੀ ਦਲ ਦੀ ਵੀ ਕਿਵੇਂ ਨਾ ਕਿਵੇਂ ਰੌਲਾ ਪਾ ਕੇ ਪੋਲਿੰਗ ਰੋਕੀ ਜਾਵੇ ਵੱਧ ਤੋਂ ਵੱਧ ਸਮਾਂ। ਮੈਂ ਉੱਥੇ ਖੜਾ ਸੀ, ਉਹ ਕਹਿੰਦੇ ਵੀ ਜਿੰਨੀ ਘੱਟ ਤੋਂ ਘੱਟ ਪੋਲਿੰਗ ਹੋਊਗੀ ਉਹ ਆਪਣੇ ਲਈ ਬੈਨੀਫਿਟ ਸਮਝਦੇ ਸੀ। ਬਿਲਕੁਲ। ਤੇ ਉੱਥੇ ਇਹੋ ਜਿਹੇ ਏਜੰਡੇ ਬਣਾ ਕੇ, ਜਾਂ ਠੀਕ ਆ, ਉੱਥੇ ਇੱਕ ਲਿਸਟ ਵੀ ਬਾਹਰ ਆਈ, ਸੂਚੀ ਵੀ ਬਾਹਰ ਆਈ, ਜਿਹੜੀ ਕਿ ਪੋਲਿੰਗ ਸਟਾਫ ਅਧਿਕਾਰੀ ਕਹਿੰਦਾ ਸੀਗਾ ਜੀ ਇਹ ਸੂਚੀ ਸਰਕਾਰ ਦੀ ਆਈ ਹੈ, ਮੈਂ ਤਾਂ ਇਹਦੇ ਮੁਤਾਬਕ ਪਾਉਣੀ ਹੈ। ਬਾਹਰਲੇ ਕਹਿੰਦੇ ਜੀ ਸਾਡੇ ਕੋਲੇ ਆਈ ਨਹੀਂ, ਇਹ ਕਿੱਥੋਂ ਆ ਗਈ? ਇਹਦੇ 'ਚ ਫੋਟੋਆਂ ਨਹੀਂ ਸੀ। ਹੁਣ ਤੁਸੀਂ ਵੀ ਸਾਨੂੰ ਸਪਲੀਮੈਂਟਰੀ 'ਚ ਕਦੇ ਫੋਟੋ ਲੱਗਦੀ ਨਹੀਂ ਹੁੰਦੀ, ਟਾਈਮ ਉਹ ਅੰਦਰੋਂ ਇੱਕ ਔਰਤ ਉਹ ਪਾੜ ਕੇ ਵੀ ਲੈ ਆਈ, ਪਰ ਫਿਰ ਵੀ ਦੇਖੋ ਉਹਦੇ ਉੱਤੇ ਕੋਈ ਕਾਰਵਾਈ ਨਾ ਕਰਾਉਣੀ, ਤੇ ਫਿਰ ਵੀ ਉਹਨੂੰ ਉਸ ਚੀਜ਼ ਨੂੰ ਲੈਣਾ ਵੀ ਨਹੀਂ ਤੋਰੋ ਪੋਲਿੰਗ ਕਰਾਓ। ਤੇ ਜੇ ਆਪਾਂ ਦੇਖੀਏ ਤਾਂ ਬਠਿੰਡੇ ਦੇ ਵਿੱਚ 79%। ਬਿਲਕੁਲ, ਬਹੁਤ ਪੋਲਿੰਗ ਹੋ ਗਈ, ਬਹੁਤ ਪੋਲਿੰਗ ਵੱਡੀ ਹੈ, ਬਹੁਤ ਪੋਲਿੰਗ ਹੋ ਗਈ। ਤੇ ਕਦੇ ਵਿਧਾਨ ਸਭਾ 'ਚ ਨਹੀਂ ਹੋਈ। ਇਹਦਾ ਮਤਲਬ ਹੈ ਲੋਕਾਂ ਨੂੰ ਇੱਕ ਤਾਂ ਹੈ ਕਿ ਆਪਣੇ ਜਿਹੜੇ ਹੈਗੇ ਪ੍ਰਤੀਨਿਧ ਚੁਣਨ ਦੇ ਵਿੱਚ ਦਿਲਚਸਪੀ ਬਹੁਤ ਜ਼ਿਆਦਾ ਸੀ। ਹਾਲਾਂਕਿ ਮੇਰੀ ਸਮਝ ਇਹ ਸੀ ਕਿ ਲੋਕ ਜਿਹੜੇ ਹੈਗੇ ਪੋਲੀਟੀਕਲ ਸਿਸਟਮ ਤੋਂ ਵੱਧ ਜਾਣੇ ਤੇ ਸ਼ਾਇਦ ਪੋਲਿੰਗ ਘੱਟ ਹੋਵੇ, ਲੇਕਿਨ ਪੋਲਿੰਗ ਜਿਹੜੀ ਹੈਗੀ ਆਸ ਤੋਂ ਵੱਧ ਹੋਈ ਹੈ। ਵੱਡੀ ਗੱਲ ਇਹ ਹੈ ਕਿ ਲੋਕਾਂ ਨੂੰ ਜਿਹੜੇ ਵੋਟਾਂ ਪਾਉਣ ਵਾਲੇ ਸੀ, ਉਹਨਾਂ ਨੂੰ ਪੋਲੀਟੀਕਲ ਪਾਰਟੀਆਂ ਨੇ ਰਜਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਗੱਡੀਆਂ ਵਗੈਰਾ ਭੇਜੀਆਂ, ਪਰ ਜ਼ਿਆਦਾਤਰ ਲੋਕ ਆਪਦੀ ਕਿਉਂਕਿ ਉਹਦਾ ਰੂਟੀਨ 'ਚ ਵੈਸੇ ਹੀ ਆਪਾਂ ਕਹਿ ਦਿੰਦੇ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਸਵਾਰੀ ਮੁਹੱਈਆ ਕਰਾ ਦਿੰਦੀਆਂ। ਇਹ ਆਪਾਂ ਕਿਸੇ ਲਈ ਗਲਤ ਹੈ, ਲੈਵਲ ਨਾਲ ਲਵਾਇਆ ਜਾਵੇ, ਪਰ ਚੱਲਦਾ ਰਹਿੰਦਾ। ਪਰ ਜਿਵੇਂ ਤੁਸੀਂ ਮਾਨਸਾ ਦੀ ਗੱਲ ਕੀਤੀ ਹੈ, ਮਾਨਸਾ 'ਚ ਤਾਂ ਸਮਝ ਲਓ ਵੀ 83% ਪੋਲਿੰਗ ਹੋ ਗਈ। ਬਹੁਤ ਜ਼ਿਆਦਾ ਪੋਲਿੰਗ ਹੋਈ ਮਾਨਸਾ 'ਚ। ਹਾਂ, ਠੀਕ ਹੈ। ਸਭ ਤੋਂ ਘੱਟ ਹੁੰਦੀ ਹੈ ਮੋਹਾਲੀ 'ਚ ਬਹੁਤ ਵਿਕਸਿਤ ਜਿਹਨੂੰ ਆਪਾਂ ਕਹਿੰਦੇ ਚੰਡੀਗੜ੍ਹ। ਪਰ ਉੱਥੇ ਜੇਕਰ ਆਖੀਏ ਕਿ ਜੇ ਵਿਕਸਿਤ ਲੋਕ ਇਸ ਭਾਗ ਨਹੀਂ ਲੈਂਦੇ ਤਾਂ ਇਹ ਵੀ ਇੱਕ ਆਪਣੇ ਚਿੰਤਾ ਦਾ ਵਿਸ਼ਾ ਵੀ ਪੜ੍ਹੇ ਲਿਖੇ ਲੋਕ, ਮੋਹਾਲੀ ਵਰਗਾ ਸ਼ਹਿਰ ਹੋਵੇ ਤੇ ਉੱਥੇ ਸਥਾਨਕ ਸਰਕਾਰਾਂ, ਜਿੱਥੇ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ MC ਹੈਗਾ ਉਹ ਨਿੱਜੀ ਤੌਰ ਦੇ ਉੱਤੇ ਇੱਕ ਘਰ ਜਾਂਦਾ ਤੇ ਨਿੱਜੀ ਤੌਰ ਦੇ ਉੱਤੇ ਵੋਟਾਂ ਕਢਾਉਂਦਾ, MLA ਤੋਂ ਵੀ ਮਾਈਕਰੋ ਵੋਟਾਂ ਹੁੰਦੀਆਂ ਨੇ, ਉੱਥੇ ਇਹਦਾ ਘੱਟ ਜਾਣਾ ਵੀ ਆਪਾਂ ਕਹਿ ਸਕਦੇ ਹਾਂ ਕਿ ਪੜ੍ਹੇ ਲਿਖੇ ਲੋਕਾਂ ਦਾ ਡੈਮੋਕ੍ਰੇਸੀ ਪ੍ਰਤੀ ਇਸ ਤਰ੍ਹਾਂ ਦਾ ਰੁਝਾਨ ਵੀ ਕੋਈ ਚੰਗਾ ਨਹੀਂ। ਉਹਦਾ ਇੱਕ ਹੋਰ ਕਾਰਨ ਵੀ ਹੈ ਕਿਉਂਕਿ ਉਹ ਲੋਕ ਜਿਹੜੇ ਹੈਗੇ ਆ ਮੁਲਾਜ਼ਮ ਪੇਸ਼ਾ ਹੈ, ਉਹ ਲੋਕ ਜਿਹੜੇ ਹੈਗੇ ਸੱਤਾ ਨਾਲ ਸਿੱਧੇ ਤੌਰ ਤੇ ਜੁੜੇ ਹੋਏ, ਚੰਡੀਗੜ੍ਹ ਹੈੱਡਕੁਆਟਰਾਂ ਦੇ ਨਾਲ ਜੁੜੇ ਹੋਏ, ਉਹਨਾਂ ਨੂੰ ਮੇਰਾ ਨਹੀਂ ਖਿਆਲ ਕੋਈ ਵੀ MC ਦੀ ਲੋੜ ਪੈਂਦੀ ਹੈ ਕਿਸੇ ਕਿਸਮ ਦੀ।
ਜੇ ਫਰਜ਼ ਕਰੋ ਆਪਾਂ ਮੋਹਾਲੀ ਦੀ ਡਿਵੈਲਪਮੈਂਟ ਦੀ ਗੱਲ ਕਰੀਏ, ਕਾਰਪੋਰੇਸ਼ਨ ਨੇ ਡਿਵੈਲਪਮੈਂਟ ਕਰਵਾਉਣੀ ਹੈ, ਜਿਹੜੀ ਉਹਨਾਂ ਦੀ ਜੋ ਮਿਊਨਿਸਪੈਲਿਟੀ ਹੈ ਜਾਂ ਕਾਰਪੋਰੇਸ਼ਨ, ਹਾਂਜੀ ਉਹ ਕਾਰਪੋਰੇਸ਼ਨ ਨੇ ਕਰਵਾਉਣੀ ਹੈ। ਔਰ ਜਿਹੜੇ ਲੋਕ ਉੱਥੇ ਬੈਠੇ ਆ ਲਗਭਗ ਸਾਰੀਆਂ ਦੀਆਂ ਜਿਨ੍ਹਾਂ ਨੇ ਮੋਹਾਲੀ ਦੀ ਡਿਵੈਲਪਮੈਂਟ ਕਰਾਉਣੀ ਉਹਨਾਂ ਸਭ ਦੀਆਂ ਕੋਠੀਆਂ ਉੱਥੇ। ਹਾਂ ਬਿਲਕੁਲ, ਕੁਛ ਦੀਆਂ ਮੋਹਾਲੀ ਦੇ ਵਿੱਚ ਕਹਾਂਗੇ ਉੱਥੇ ਫਿਰ ਦੁਨੀਆ ਜਾਣ ਦਾ ਖਰਚਾ ਪੁੱਡਾ ਦਾ ਲਾਈ ਜਾਂਦੇ ਪੁੱਡਾ ਦਾ ਉੱਥੇ ਲੱਗੀ ਜਾਂਦਾ। ਨਵਾਂ ਚੰਡੀਗੜ੍ਹ ਵੀ ਤਾਂ ਉੱਥੇ ਬਣ ਗਿਆ ਸਾਰਾ ਕੁਝ। ਇਸ ਕਰਕੇ ਉੱਥੇ ਲੋੜ ਨਹੀਂ ਸਾਡੇ ਸ਼ਹਿਰਾਂ ਦੇ ਵਿੱਚ, ਕਿਉਂਕਿ ਠੀਕ ਹੈ ਸਾਡੇ 10 ਸਾਲ ਰਹੀ ਹੈ ਹਕੂਮਤ ਬਾਦਲ ਪਰਿਵਾਰ ਦੀ ਰਹੇਗੀ, ਪਿਛਲੇ 4.5 ਸਾਲਾਂ ਤੋਂ ਕੈਪਟਨ ਦੀ ਹੈ, ਲੇਕਿਨ ਸਾਡੇ ਜਿਸ ਕਿਸਮ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ। ਇਸ ਕਰਕੇ ਇੱਥੋਂ ਦੇ ਲੋਕਾਂ ਦੇ ਵਿੱਚ ਜਿਹੜੀ ਚੇਤਨਤਾ ਜ਼ਿਆਦਾ ਪੈਦਾ ਹੋਈ, ਉਹਨੂੰ ਚਾਹੁੰਦੇ ਕਿ ਅਸੀਂ ਆਪਣੇ ਮਤਲਬ ਜਿਹੜੇ ਹੈਗਾ ਪ੍ਰਤੀਨਿਧ ਚੁਣੀਏ। ਔਰ ਨਾਲ ਇਹ ਵੀ ਹੈ ਕਿ ਕਿਉਂਕਿ ਸਰਕਾਰ ਦਾ ਸਮਾਂ ਥੋੜਾ ਰਹਿ ਗਿਆ, ਸਰਕਾਰ ਦੇ ਤਾਂ ਗਿਣ ਲਈਏ ਤਾਂ 6 ਮਹੀਨੇ ਰਹਿ ਗਏ। 6 ਮਹੀਨੇ ਉਹਨਾਂ ਨੂੰ ਇੱਕ ਰੂਲਿੰਗ ਪਾਰਟੀ ਵਿਧਾਨ ਸਭਾ ਨੂੰ ਮੁੱਖ ਰੱਖ ਕੇ ਡਿਵੈਲਪਮੈਂਟ ਕਰਵਾਊਗੀ। ਇਸ ਕਰਕੇ ਵੀ ਉਹਨਾਂ ਨੇ ਆਪੋ ਆਪਣੀ, ਕਿਉਂਕਿ ਜੇਕਰ ਸਾਡੇ ਪ੍ਰਧਾਨ ਮੰਤਰੀ ਸਾਹਿਬ ਚੋਣਾਂ ਵਾਲੇ ਸਟੇਟਸ ਦੇ ਲਈ ਵਿਸ਼ੇਸ਼ ਬਜਟ ਦੇ ਵਿੱਚ ਵਿਸ਼ੇਸ਼ ਪ੍ਰਬੰਧ ਕਰ ਸਕਦੇ ਆ, ਤਾਂ ਫਿਰ ਇਹ ਕਿਵੇਂ ਨਾ ਕਰਨਗੇ ਤਾਂ ਬਹੁਤ ਛੋਟੀ ਚੀਜ਼ ਹੈ। ਪਰ ਜਿੰਨੀ ਵੀ ਛੁੱਟ-ਪੁੱਟ ਘਟਨਾਵਾਂ ਹੋਈਆਂ ਨੇ ਜੀ, ਉਹਦੇ ਵਿੱਚ ਸੁਨੀਲ ਜਾਖੜ ਕਹਿੰਦੇ ਆ ਜੀ ਇਹ ਅਕਾਲੀਆਂ ਨੇ ਕਰਾਈਆਂ। ਬਿਲਕੁਲ, ਸੁਨੀਲ ਜਾਖੜ ਹੋਰਾਂ ਦਾ ਇਲਜ਼ਾਮ ਹੈ ਕਿ ਅਕਾਲੀਆਂ ਨੇ ਕਰਵਾਈਆਂ। ਔਰ ਅਕਾਲੀ ਆਪਾਂ ਇਹ ਤਾਂ ਨਹੀਂ ਪੁਸ਼ਟੀ ਨਹੀਂ ਕਰ ਸਕਦੇ ਕਿ ਜੋ ਸੁਨੀਲ ਜਾਖੜ ਨੇ ਕਹੀ ਉਹ ਗੱਲ ਠੀਕ ਕਹੀ ਹੈ, ਲੇਕਿਨ ਅਕਾਲੀ ਦਲ ਨੇ ਜ਼ੋਰ ਬਹੁਤ ਲਾਇਆ ਜੀ। ਇਹਦਾ ਕਾਰਨ ਇਹ ਹੈ ਕਿ ਅਕਾਲੀ ਦਲ ਪਿਛਲੀ ਜਿਹੜੀ 2017 ਦੇ ਵਿੱਚ ਵਿਧਾਨ ਸਭਾ ਦੀ ਚੋਣ ਹੋਈ ਹੈ, ਉਹਦੇ ਵਿੱਚ ਮੇਰਾ ਖਿਆਲ ਹੈ ਵੀ ਖਿਆਲ ਕੀ ਹਕੀਕਤ ਹੀ ਹੈ ਕਿ ਇਤਿਹਾਸ ਦੇ ਸਭ ਤੋਂ ਹੇਠਲੇ ਟੰਬੇ ਦੇ ਉੱਤੇ ਜਿਹੜੀ ਹੈਗੀ ਹੈ ਆ ਗਈ ਅਕਾਲੀ ਦਲ ਦੀ ਹਾਲਤ ਜੀ। ਕਦੇ ਵੀ ਅਕਾਲੀ ਦਲ ਦੀ ਇਹ ਸਥਿਤੀ ਨਹੀਂ ਸੀ ਕਿ ਜੇ ਉਹ ਰੂਲਿੰਗ ਪਾਰਟੀ ਨਹੀਂ ਤੇ ਘੱਟੋ ਘੱਟ ਆਪੋਜੀਸ਼ਨ ਤਾਂ ਹੁੰਦੀ ਸੀ, ਬਿਲਕੁਲ, ਲੇਕਿਨ ਐਤਕੀ ਉਹਨਾਂ ਕੋਲੇ ਆਪੋਜੀਸ਼ਨ ਦਾ ਰੁਤਬਾ ਵੀ ਨਹੀਂ ਰਿਹਾ, ਉਹ ਚਲਾ ਗਿਆ ਆਮ ਆਦਮੀ ਪਾਰਟੀ ਕੋਲੇ। ਕਿਸੇ ਵੇਲੇ ਅਕਾਲੀ ਦਲ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਦਾਰੀ ਹੁੰਦੀ ਸੀ ਜੀ, ਉਹਨਾਂ ਦੇ ਵਿੱਚ ਹਿੰਮਤ ਸੀ, ਉਹਨਾਂ ਦਾ ਜਿਹੜਾ ਹੈਗਾ ਸੁਭਾਅ ਬੜਾ ਹਲੀਮੀ ਪੂਰਵਕ ਹੈ, ਉਹਨਾਂ ਨੇ ਜੇ ਕਿਸੇ ਦੀ ਮੁਖਾਲਫਤ ਵੀ ਕਰਨੀ ਹੈ ਤੇ ਜੀ ਕਹਿ ਕੇ ਕਰਨੀ ਹੈ। ਹੁਣ ਨਵੀਂ ਲੀਡਰਸ਼ਿਪ ਜਿਹੜੀ ਆਈ ਹੈ ਇਹ ਅਗਰੈਸਿਵ ਜ਼ਿਆਦਾ ਹੈ। ਬਾਦਲ ਸਾਹਿਬ ਕਦੇ ਆਪ ਇਹ ਠੀਕ ਹੈ ਵੀ ਕਈ ਵਾਰੀ ਅੱਖਾਂ ਮੀਟ ਲੈਂਦੇ ਸੀ ਜੇ ਕੁਛ ਹੋ ਜਾਂਦਾ, ਲੇਕਿਨ ਆਪਾਂ ਇਹ ਨਹੀਂ ਕਹਿ ਸਕਦੇ ਕਿ ਕੁਝ ਚੋਣਵੇਂ ਇਲਾਕਿਆਂ ਨੂੰ ਛੱਡ ਕੇ ਬਾਕੀ ਥਾਵਾਂ ਦੇ ਉੱਤੇ, ਚੋਣਵੇਂ ਇਲਾਕਿਆਂ ਜਿੱਥੇ ਆਪਦੀ ਦਿਲਚਸਪੀ ਹੁੰਦੀ ਹੈ ਉੱਥੇ ਆਪਣੇ ਬੰਦਿਆਂ ਨੂੰ ਬਣਾ ਲਿਆ ਜਾਂਦਾ ਹੈ, ਕਾਗਜ਼ ਕੂਗਜ਼ ਰੱਦ ਕਰਵਾ ਦਿੰਦੇ, ਲੇਕਿਨ ਵਾਇਲੈਂਸ ਦੀਆਂ ਘਟਨਾਵਾਂ ਨਹੀਂ ਸੀ ਉਹ ਕਰਵਾਉਂਦੇ। ਉਹ ਕਦੇ ਨਹੀਂ ਇਹ ਕਹਿੰਦੇ ਹੁੰਦੇ ਸੀਗੇ ਵੀ ਯਾਰ ਆਪਾਂ ਚੱਕ ਦਿਓ ਫੱਟੇ ਤੇ ਫਲਾਨਾ ਆਪਾਂ ਕਰ ਲਾਂਗੇ ਜੀ। ਇਹਦੇ ਉਲਟ ਜਿਹੜੀ ਨਵੀਂ ਲੀਡਰਸ਼ਿਪ ਹੈ, ਨਵੀਂ ਲੀਡਰਸ਼ਿਪ ਦੇ ਵਿੱਚ ਯੰਗ ਲੋਕ ਹੈ, ਨੌਜਵਾਨ ਮੁੰਡੇ ਹੈ। ਤੁਸੀਂ ਇਹ ਦੇਖੋ ਕਿ ਜੇ ਅਕਾਲੀ ਦਲ ਦੇ ਆਪਾਂ ਇਕੱਠਾਂ ਦੀ ਕਹਾਣੀ ਕਰੀਏ ਜੀ, ਜਿਹੜਾ ਆਮ ਜਿਹੜਾ ਹੈਗਾ ਉਭਾਰ ਅਕਾਲੀ ਦਲ ਦੇ ਹੱਕ ਵਿੱਚ ਨਹੀਂ, ਜਿਹੜੇ ਪੁਰਾਣੇ ਬੰਦੇ ਉਹਨਾਂ ਦੇ ਨਾਲ ਹੁੰਦੇ ਸੀ ਉਸ ਜ਼ਮਾਨੇ ਦੇ ਵਿੱਚ, ਜਿਨ੍ਹਾਂ ਨੇ ਠਾਠਾਂ ਲਈਆਂ ਫਾਰਚੂਨਰ ਗੱਡੀਆਂ, ਉਹ ਮਤਲਬ ਹਰ ਥਾਂ ਤੇ ਜਿੱਥੇ ਧਰਨਾ ਮੁਜ਼ਾਹਰਾ ਹੋਵੇ ਉੱਥੇ ਜਾਂਦੇ। ਜੇ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਵੀ ਜਾਣਾ ਉੱਥੇ ਵੀ ਨਾਲ ਜਾਂਦੇ ਜੀ। ਇਸ ਕਰਕੇ ਪੁਸ਼ਟੀ ਨਾ ਕਰਨ ਦੇ ਬਾਵਜੂਦ ਵੀ ਇਹ ਗੱਲ ਜਿਹੜੀ ਹੈ ਜਾਖੜ ਕਹਿ ਰਿਹਾ ਹੈ, ਉਹਦੀ ਇੱਕ ਪਰਸੈਪਸ਼ਨ ਜੀ ਬਣੀ ਹੋਈ ਹੈ ਜੀ ਵੀ ਯਾਰ ਇਹ ਧੱਕਾ ਕਰ ਸਕਦੀ ਹੈ। ਕਾਂਗਰਸ ਬਾਰੇ ਮੰਨਿਆ ਜਾਂਦਾ ਧੱਕਾ ਕਰਨ ਤੋਂ ਕਾਂਗਰਸ ਵੀ ਗੁਰੇਜ ਨਹੀਂ ਕਰਦੀ, ਨਾ ਕਾਂਗਰਸ ਨੇ ਵੀ ਕਾਗਜ਼ ਕੂਗਜ਼ ਰੱਦ ਕਰਵਾਇਆ, ਲੇਕਿਨ ਕਾਂਗਰਸ ਜਿਹੜੀ ਹੈਗੀ ਇੱਕ ਪਾਰਟੀ ਦੇ ਤੌਰ ਦੇ ਉੱਤੇ ਹੁਣ ਕਈ ਥਾਵਾਂ ਦੇ, ਜਿਵੇਂ ਤੁਹਾਡੇ ਆਪਾਂ ਦੇਖੀਏ ਜਲਾਲਾਬਾਦ ਘਟਨਾ ਹੋਈ ਸੀ, ਗਿੱਦੜਵੇ ਅਕਾਲੀ ਦਲ ਛੱਡ ਹੀ ਗਿਆ, ਹਾਂ ਮੈਦਾਨ ਹੀ ਛੱਡ ਗਿਆ ਸੀ। ਗਿੱਦੜਬਾਹ ਤਾਂ ਖੈਰ ਹਰ ਪਾਰਟੀ ਮੈਦਾਨ ਹੀ ਛੱਡਦੀ ਜਿਹੜੀ ਆਪੋਜੀਸ਼ਨ ਵਾਲੀ ਹੁੰਦੀ ਹੈ। ਅੱਛਾ ਜੀ, ਜਦੋਂ ਅਕਾਲੀ ਦਲ ਦਾ ਰਾਜ ਹੁੰਦਾ ਸੀ ਤਾਂ ਕਾਂਗਰਸ ਵੀ ਮੈਦਾਨ ਛੱਡ ਜਾਂਦੀ ਸੀ। ਅੱਛਾ ਠੀਕ ਹੈ, ਉਦੋਂ ਤਾਂ ਹਾਲਤ ਇਹ ਸੀ ਅਕਾਲੀ ਦਲ ਇੱਥੇ ਮਸਾਲਾ ਦਿੱਤੀਆਂ ਜਾਂਦੀਆਂ ਕਿ ਜੀ ਇੱਕ ਉਹ ਆਪਾਂ ਇੱਕ ਐਪੀਸੋਡ ਕੀਤਾ ਸੀ ਭਗਤਾਨਾ ਸਾਹਿਬ ਤੇ, ਹਾਂ ਯਾਦ ਆ ਮੈਨੂੰ, ਭਗਤਾਨਾ ਜੀ ਨੂੰ ਮੱਲੋ ਮੱਲੀ ਮਤਲਬ ਜਿਹੜੇ ਐਕਸਟੈਂਸ਼ਨ ਜਾ ਰਹੀ ਸੀ, ਐਸਐਸਪੀ ਵਿਜੀਲੈਂਸ ਦਾ ਸੀ, ਔਰ ਉਹ ਗੁਰਦਾਸਪੁਰ ਜ਼ਿਲ੍ਹੇ ਨਾਲ ਰਿਲੇਟਡ ਸੀ। ਬਾਦਲ ਸਾਹਿਬ ਕਿਤੇ ਉੱਥੇ ਮਤਲਬ ਜੇਲ੍ਹ ਦੇ ਵਿੱਚ ਬੰਦ ਸੀਗੇ, ਉਦੋਂ ਉਹਨਾਂ ਦੀ ਸੇਵਾ ਕਰਦਾ ਤੇ ਇਹਨਾਂ ਦੇ ਨਾਲ ਨੇੜਤਾ ਹੋ ਗਈ। ਬਾਅਦ ਦੇ ਵਿੱਚ ਉਹ ਇਧਰ ਨੂੰ ਲੰਬੀ ਵਾਲੇ ਹਲਕੇ ਚ ਆ ਗਿਆ ਸੀ ਤੇ ਉਹ ਡੀਐਸਪੀ ਹੁੰਦਾ ਸੀ ਇੱਥੇ ਆਪਣੇ ਗਿੱਦੜਬਾਹ ਜੀ। ਉਸ ਯੁੱਗ ਦੀ ਗੱਲ ਕਰਦੇ ਹੁੰਦੇ, ਜਿਹੜੇ ਪੁਰਾਣੇ ਪੱਤਰਕਾਰ ਹੈ ਮਿੱਤਰ ਦੋਸਤ ਮਿਲਦੇ ਵੀ ਉਹਨਾਂ ਦਿਨਾਂ ਦੇ ਵਿੱਚ ਬਸ ਇੱਕ ਇਸ਼ਾਰਾ ਸੀ ਕਿ ਇਹਨਾਂ ਬੰਦਿਆਂ ਨੂੰ ਯਾਰ ਹਟਾਓ, ਇਹਨਾਂ ਨੇ ਕਾਗਜ਼ ਭਰਤੇ ਤੇ ਕਾਗਜ਼ ਇਹਨਾਂ ਦੇ ਉਠਾਓ, ਕਹਿੰਦੇ ਜਾ ਕੇ ਹੂਰੇ ਮਾਰ ਕੇ ਜਾਂਦਾ ਦਿੰਦੇ ਪਰਚਾ ਤੇ ਜੇ ਕਾਗਜ਼ ਚੱਕ ਐ ਕਾਗਜ਼ ਚਕਵਾਏ ਸੀ। ਉਦੋਂ ਇੱਕ ਕਿਸਮ ਦਾ ਕਾਂਗਰਸ ਦਾ ਬਾਈਕਾਟ ਹੋ ਜਾਂਦਾ ਸੀ ਜੀ। ਹੁਣ ਅਕਾਲੀ ਦਲ ਦਾ ਬਾਈਕਾਟ। ਪਰ ਅਗਲੀ ਗੱਲ ਹੋਰ ਦੇਖੋ ਕਿ ਅਕਾਲੀ ਦਲ ਨੇ ਬਾਈਕਾਟ ਕਰਤਾ, ਵੋਟਾਂ ਪਈਆਂ, ਵੋਟਾਂ ਉੱਥੇ ਵਧੀਆ ਪਈਆਂ, ਜਿੰਨੀ ਪੀਸਫੁਲ ਇਲੈਕਸ਼ਨ ਐਤਕੀ ਹੋਈ ਹੈ ਕਦੇ ਵੀ ਨਹੀਂ ਹੋਈ ਗਿੱਦੜਬਾਹ ਦੇ ਵਿੱਚ। ਸੋ ਇਹ ਗੱਲ ਜਿਹੜੀ ਜਾਖੜ ਸਾਹਿਬ ਕਹਿੰਦੇ ਕਿਸੇ ਹੱਦ ਤੱਕ, ਹੁਣ ਕਹਿੰਦੇ ਰਾਜਾ ਵੜਿੰਗ ਸਾਈਕਲ ਤੇ, ਤੜਿੰਗ ਵੜਿੰਗ ਜਿਹੜਾ ਉਹ ਸਾਈਕਲ ਤੇ ਜਿਹੜਾ ਫਿਰਦਾ, ਉਹ ਤਾਂ ਗੱਲ ਉਹਨੂੰ ਲੋੜ ਹੀ ਨਹੀਂ, ਅੱਕਾਂ ਚ ਰਿੰਡ ਪ੍ਰਧਾਨ, ਠੀਕ ਹੈ ਨਾ, ਉੱਥੇ ਜਦੋਂ ਕੋਈ ਹੋਰ ਹੈ ਹੀ ਨਹੀਂਗਾ। ਪਰ ਅਗਲੀ ਪਾਸੇ ਜੇ ਆਪਾਂ ਦੇਖੀਏ ਤਾਂ ਜਿਹੜੇ ਜਾਖੜ ਸਾਹਿਬ ਨੇ ਤਾਂ ਇਹ ਗੱਲ ਕਹਿਤੀ, ਪਰ ਡਾਕਟਰ ਦਲਜੀਤ ਸਿੰਘ ਚੀਮਾ ਜੀ ਜਿਹੜੇ ਅਕਾਲੀ ਦਲ ਦੇ ਸਪੋਕਸ ਪਰਸਨ ਵੀ ਆ ਔਰ ਸੀਨੀਅਰ ਮੀਤ ਪ੍ਰਧਾਨ ਵੀ ਹੈ, ਉਹ ਕਹਿੰਦੇ ਜੀ ਜਿੱਥੇ ਗੜਬੜ ਹੋਈ ਆ, ਥੋੜੀ ਬਹੁਤੀ ਵੀ ਹੋਈ ਆ ਭਾਵੇਂ ਜੀ, ਉਹਨਾਂ ਸਾਰਿਆਂ ਥਾਵਾਂ ਦੇ ਉੱਤੇ ਰੀਪੋਲਿੰਗ ਕਰਵਾਓ, ਦੁਬਾਰਾ ਪੋਲਿੰਗ ਕਰਵਾਓ। ਇਹਦਾ ਮਤਲਬ ਇਹ ਹੈ ਕਿ ਜਿੰਨਾ ਪੋਲਿੰਗ ਬੂਥਾਂ ਤੇ ਗੜਬੜ ਹੋਈ ਹੈ ਉੱਥੇ ਰੀਪੋਲਿੰਗ ਕਰਵਾਓ ਤੇ ਬਾਕੀ ਪੋਲਿੰਗ ਨੂੰ ਅਕਾਲੀ ਦਲ ਠੀਕ ਸਮਝਦਾ। ਵੱਡਾ ਸਵਾਲ ਇਹ
ਜੇ ਉਹ ਪੋਲਿੰਗ ਠੀਕ ਹੋਈ ਹੈ ਤੇ ਜਿਹੜੀ ਤੁਸੀਂ ਗੱਲ ਪਹਿਲਾਂ ਕਹੀ ਹੈ, ਇਹਨੂੰ ਅਸੀਂ ਡੈਮੋਕ੍ਰੇਸੀ ਦੇ ਨੁਕਤਾ ਨਿਗਾਹ ਤੋਂ ਦੇਖੀਏ ਤਾਂ ਮੇਰਾ ਖਿਆਲ ਹੈ ਵੀ ਇੱਕ ਚੰਗਾ ਪੱਖ ਹੈ। ਲੋਕ ਸੁਚੇਤ ਹੁੰਦੇ ਜੇ ਐਤਕੀ ਮਤਲਬ ਇਸ ਚਲੋ ਆਪਾਂ ਕਹਿੰਦੇ ਕਿ ਮੋੜਾ ਪਿਆ, ਮੋੜਾ ਪੈਣਾ ਚਾਹੀਦਾ। ਵੈਸੇ ਤਾਂ ਗੱਲ ਆਪਾਂ ਤਾਂ ਇਹ ਮੰਨ ਕੇ ਤੁਰਦੇ ਸੀ ਕਿ ਜਿਹੜੀਆਂ ਇਹ ਪੰਚਾਇਤੀ ਚੋਣਾਂ ਤੇ ਜਿਹੜੀਆਂ ਸ਼ਹਿਰਾਂ ਦੇ ਵਿੱਚ ਸਥਾਨਕ ਸਰਕਾਰਾਂ ਦੀਆਂ ਚੋਣਾਂ ਨੋਮੀਨੇਟੀ ਕਰ ਦੇਣੀਆਂ ਚਾਹੀਦੀਆਂ, ਕਿਉਂਕਿ ਇਸ ਕਿਸਮ ਦੀ ਗੜਬੜ ਨਾ ਹੋਵੇ। ਜਿਹੜਾ ਇੱਕ ਦੂਜੇ ਦੇ ਡਲੇ ਮਾਰਨੇ, ਤਲਵਾਰਾਂ ਕੱਢਣੀਆਂ, ਹੁਣ ਇੱਕ ਬੰਦਾ ਉਧਰ ਜਿਹੜਾ ਜ਼ਖਮੀ ਹੋਇਆ ਤੁਹਾਡਾ ਰੋਪੜ ਵਾਲੇ ਪਾਸੇ, ਉਹਨੂੰ ਤਾਂ ਪੀਜੀਆਈ ਦਾਖਲ ਕਰਵਾਇਆ। ਦੱਸੋ ਪੀਜੀਆਈ ਜਿਸ ਬੰਦੇ ਨੂੰ, ਉਸ ਤੋਂ ਪਹਿਲਾਂ ਦੇਖੋ ਮੋਗੇ ਵਿਚਾਰੇ ਦੜ ਕੇ ਮਾਰਤੇ 2 ਬੰਦੇ, ਮਤਲਬ ਉਹ ਮਾਰੇ ਗਏ। ਜਿਹੜੇ ਮਤਲਬ ਇਸ ਕਿਸਮ ਦੀਆਂ ਘਟਨਾਵਾਂ ਨਾ ਵਾਪਰਨ ਨਾਲ ਨੋਮੀਨੇਸ਼ਨ ਵਾਲੀ ਗੱਲ ਠੀਕ ਹੈ, ਪਰ ਗੱਲ ਕੀ ਹੈ ਦਾਨੇਵਾਲ ਸਾਹਿਬ, ਇਹ ਗੱਲ ਸਾਨੂੰ ਮੰਨਣੀ ਪੈਣੀ ਹੈ ਕਿ ਕਿਸਾਨ ਅੰਦੋਲਨ ਦੀ ਇਹ ਬਹੁਤ ਵੱਡੀ ਮਿਹਰਬਾਨੀ ਹੈ ਕਿ ਲੋਕ ਸੁਚੇਤ ਹੋ ਗਏ, ਪਤਾ ਲੱਗ ਗਿਆ, ਇਕੱਠੇ ਹੋ ਗਏ, ਲੋਕ ਇਕੱਠੇ ਹੋ ਗਏ। ਲੋਕਾਂ ਨੂੰ ਹੁਣ ਐਮਐਲਏ ਜਿਹੜੇ ਆ ਨਾ, ਜਿਵੇਂ ਅੱਗੇ ਹੁੰਦੇ ਸੀਗੇ ਕਾਜੂ ਬਦਾਮ ਲਿਆ ਕੇ ਰੱਖਦੇ ਸੀ ਸਾਡੇ ਘਰੇ, ਐਮਐਲਏ ਉਹ ਨਹੀਂ ਰੱਖਦੇ ਹੁਣ ਲੋਕ ਕਹਿੰਦੇ ਅਸੀਂ ਐਮਐਲਏ ਤੋਂ ਕੀ ਕਰਾਉਣਾ, ਹੁਣ ਐਮਐਲਏ ਭਾਵੇਂ ਕਾਜੂ ਬਦਾਮ ਚੱਕੀ ਫਿਰੇ, ਐਮਐਲਏ ਰੱਖਣਗੇ ਜੀ। ਤੇ ਕੱਲ 14 ਫਰਵਰੀ ਸੀ ਢਿੱਲੋਂ ਸਾਹਿਬ, ਜੀ ਪੁਲਵਾਮਾ ਯਾਦ ਹੋਣਾ ਤੁਹਾਨੂੰ। ਬਿਲਕੁਲ ਜੀ, ਬਿਲਕੁਲ। ਤੇ ਹੋਰਾਂ ਨੇ ਤਾਂ ਭਾਵੇਂ ਯਾਦ ਨਾ ਕੀਤਾ ਹੋਵੇ ਜੀ, ਪਰ ਕਿਸਾਨਾਂ ਨੇ ਪੁਲਵਾਮਾ ਦੇ ਸ਼ਹੀਦਾਂ ਨੂੰ ਜ਼ਰੂਰ ਯਾਦ ਫਰਮਾ ਕੀਤਾ। ਦਾਨੇਵਾਲ ਬੜਾ ਕੁਝ ਜਿਹੜਾ ਨਾ ਉਹ ਮਿਲ ਜਾਂਦਾ ਆਪਸ ਵਿੱਚ। 2 ਸਾਲ ਪਹਿਲਾਂ ਜਦੋਂ ਪੁਲਵਾਮਾ ਵਾਲੀ ਘਟਨਾ ਵਾਪਰਦੀ ਹੈ ਜੀ, 40 ਦੇ ਕਰੀਬ CRPF ਦੇ ਸਾਡੇ ਜਵਾਨ ਜਿਹੜੇ ਉਹ ਸ਼ਹੀਦ ਹੋ ਜਾਂਦੇ, ਪੈਰਾਮਿਲਟਰੀ ਫੋਰਸਿਸ ਦੇ। ਉਹ ਤੋਂ ਪਹਿਲਾਂ ਇਸ ਦੇਸ਼ ਦੀ ਹਾਲਤ ਕੀ ਸੀ? ਜੋ ਗੱਲਾਂ ਨਿਖਰ ਕੇ ਸਾਹਮਣੇ ਆ ਰਹੀਆਂ ਸੀ ਉਹਦੇ ਮੁਤਾਬਕ ਇਹ ਸੀ ਕਿ ਬੀਜੇਪੀ ਦੇ ਤੱਪੜ ਰੁਲ ਜਾਣਗੇ ਜੀ, ਬੀਜੇਪੀ ਦੀ ਦੁਬਾਰਾ ਸਰਕਾਰ ਨਹੀਂ ਬਣ ਸਕਦੀ। ਲੇਕਿਨ ਜਦੋਂ ਪੁਲਵਾਮਾ ਵਾਲਾ ਘਟਨਾਕ੍ਰਮ ਹੋਇਆ ਤੇ ਉਸ ਘਟਨਾਕ੍ਰਮ ਤੋਂ ਫੌਰਨ ਬਾਅਦ ਜਿਹੜਾ ਸਰਜੀਕਲ ਸਟ੍ਰਾਈਕ ਵਾਲਾ ਸਿਲਸਿਲਾ ਕੀਤਾ ਤੇ ਫਿਰ ਇਲੈਕਸ਼ਨ ਕਮਿਸ਼ਨ ਦੀਆਂ ਬੰਦਸ਼ਾਂ ਦੇ ਬਾਵਜੂਦ ਪ੍ਰਧਾਨ ਮੰਤਰੀ ਸਾਹਿਬ ਨੇ ਜੀ ਸ਼ਹੀਦਾਂ ਦੀਆਂ ਤਸਵੀਰਾਂ ਵਾਲੀਆਂ ਫਲੈਕਸਾਂ ਲਾ ਕੇ ਚੋਣ ਪ੍ਰਚਾਰ ਕੀਤਾ ਜੀ। ਉਹਦਾ ਨਤੀਜਾ ਕਿ ਬੀਜੇਪੀ ਰਿਪੀਟ ਕਰ ਗਈ। ਇਹ ਜਿਹੜੀ ਹੈਗੀ ਹੈ ਬੀਜੇਪੀ ਦੇ ਰਿਪੀਟ ਕਰਨ ਦਾ, ਮੈਂ ਕਹਿੰਦਾ ਰਿਪੀਟ ਤੋਂ ਅੱਗੇ 303 ਸੀਟਾਂ ਲਿਜਾਣੀਆਂ ਆਪਣੇ ਬਲਬੂਤੇ, ਬਹੁਤ ਸੰਮਤੀ ਹੈ ਜਿਹੜੀ ਹਾਸਲ ਕਰਨੀ, ਬਹੁਤ ਵੱਡੀ ਪ੍ਰਾਪਤੀ ਹੈ ਬੀਜੇਪੀ ਦੀ। ਪਰ ਕੀ ਇਹ ਬਹੁਤ ਸੰਮਤੀ ਲੋਕਾਂ ਨੇ ਉਹਨਾਂ ਦੇ ਹੱਕ ਵਿੱਚ ਇਸ ਲਈ ਵੋਟਾਂ ਪਾਈਆਂ ਕਿ ਉਹਨਾਂ ਨੇ ਡਿਵੈਲਪਮੈਂਟ ਕਰਵਾਈ ਜੀ? ਸਿਰਫ ਤੇ ਸਿਰਫ ਜਿਹੜੀ ਆਪਾਂ ਇਹ ਕਹਾਂਗੇ ਕਿ ਗੋਲਬੰਦੀ ਹੋਈ ਹੈ, ਵੋਟਰਾਂ ਦੀ ਪੋਲਰਾਈਜੇਸ਼ਨ ਹੋਈ ਹੈ ਜੀ, ਕਿਉਂਕਿ ਪੁਲਵਾਮਾ ਦੇ ਰਾਹੀਂ ਇਹ ਸਾਬਤ ਕੀਤਾ ਗਿਆ ਕਿ ਪਾਕਿਸਤਾਨ ਦੇ ਦਹਿਸ਼ਤਗਰਦਾਂ ਨੇ ਆ ਕੇ ਇਹ ਕਾਰਵਾਈ ਕੀਤੀ ਹੈ ਜੀ, ਔਰ ਅਸੀਂ ਉਹਦਾ ਬਦਲਾ ਲੈ ਲਿਆ। ਕਿ ਜਿਵੇਂ ਨਰਿੰਦਰ ਮੋਦੀ ਸਾਹਿਬ ਕਹਿੰਦੇ ਹੁੰਦੇ ਸੀ ਕਿ ਮੋਦੀ ਹੈ ਤਾਂ ਮੁਮਕਿਨ ਹੈ, ਮੋਦੀ ਕਰ ਸਕਦਾ, ਹੋਰ ਨਹੀਂ ਕਰ ਸਕਦਾ, ਕੋਈ ਕੁਛ ਕਰ ਸਕਦਾ, ਦੂਜਿਆਂ ਤਾਂ ਐਵੇਂ ਮਿੱਟੀ ਕਰਤਾ, ਦੂਜਿਆਂ ਨੂੰ ਐਵੇਂ ਮਿੱਟੀ ਕਰਨ ਵਾਲੀ ਗੱਲ ਕਰਦੇ ਸੀ। ਇਸ ਕਰਕੇ ਮਤਲਬ ਜਿਹੜਾ ਉਹਦੇ ਨਾਲ ਉਹ ਆਪਣੀ ਸਰਕਾਰ ਬਣਾ ਗਈ। ਪਰ ਜੇ ਹੁਣ ਆਪਾਂ ਜਿਹੜੀ ਚੈਟ ਵਾਇਰਲ ਹੋਈ ਹੈ ਅਰਨਬ ਗੋਸਵਾਮੀ ਵਾਲੀ ਤੇ ਉਦਾਸ ਵਾਲੀ, ਜੇਕਰ ਉਹ ਸੱਚਾਈ ਹੈ, ਜੇ ਉਹ ਸੱਚਾਈ ਹੈ ਤਾਂ ਫਿਰ ਤਾਂ ਬਹੁਤ ਕੁਛ ਹੈ, ਕਿਉਂਕਿ ਉਹ ਕਹਿੰਦਾ ਸੀ ਇਹਦਾ ਫਾਇਦਾ ਸਾਨੂੰ ਹੋਣਾ, ਸਾਨੂੰ ਤਾਂ ਭਾਵ ਉਹ ਕੀ ਜਿਹਦੇ ਜਿਸ ਧਰ ਨਾਲ ਖੜਾ ਉਹਦੇ ਨਾਲ ਖੜਾ ਹੋਣਾ। ਉਹਦੇ ਤੋਂ ਬਹੁਤ ਸਾਰੇ ਸਵਾਲ ਉੱਠਦੇ। ਉਹ ਤੋਂ ਪਹਿਲਾਂ ਵੀ ਸਵਾਲ ਤਾਂ ਉਠਾਤੇ ਸੀ ਰਾਹੁਲ ਗਾਂਧੀ ਨੇ ਜੀ ਕਿ ਇਸ ਮਾਮਲੇ ਦੀ ਪੜਤਾਲ ਹੋਣੀ ਚਾਹੀਦੀ ਹੈ। ਉਹ ਘਟਨਾਕ੍ਰਮ ਹੋਇਆ ਔਰ ਹੁਣ ਉਹਨਾਂ ਦੀ ਵਰਸੀ ਸੀ 2 ਸਾਲ ਜੀ। ਚਲੋ ਠੀਕ ਹੈ, ਥੋੜਾ ਬਹੁਤਾ ਤਾਂ ਯਾਦ ਕੀਤਾ, ਪਰ ਨੇਸ਼ਨ ਨੇ ਜਿਵੇਂ ਯਾਦ ਕਰਨਾ ਸੀ ਜਾਂ ਜਿਨ੍ਹਾਂ ਨੇ ਜੀ ਸੱਤਾ ਦਾ ਆਨੰਦ ਮਾਣਨਾ ਸ਼ੁਰੂ ਕੀਤਾ ਹੋਇਆ ਜੀ, ਉਹਨਾਂ ਨੇ ਕਿੰਨਾ ਕੁ ਯਾਦ ਕੀਤਾ, ਇਹ ਤਾਂ ਆਪਣੇ ਨਹੀਂ ਆ ਰਹੀ। ਕਿਸਾਨਾਂ ਨੇ 3 ਥਾਵਾਂ ਤੇ ਟਿੱਕਰੀ ਜੀ, ਸਿੰਘੂ ਤੇ ਗਾਜ਼ੀਪੁਰ ਜੀ, ਉੱਥੇ ਮੋਮਬੱਤੀਆਂ ਜਗਾ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਪੰਜਾਬ 'ਚ ਵੀ ਬੜੇ ਥਾਵਾਂ ਤੇ ਕੀਤੀ। ਕਿਸਾਨ ਕੀ ਕਹਿੰਦੇ ਆ? ਕਿਸਾਨ ਕਹਿੰਦੇ ਆ ਕਿ ਜਿਵੇਂ ਪੁਲਵਾਮਾ ਹੋਇਆ ਸੀ ਜੀ ਇੱਕ ਸਾਜ਼ਿਸ਼ ਦੇ ਤਹਿਤ, ਉਸੇ ਤਰੀਕੇ ਸਾਡੇ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ ਲਾਲ ਕਿਲੇ ਵਾਲੀ ਸਾਜ਼ਿਸ਼ ਹੋਈ ਸੀ। ਉਹ ਆਪਸ ਵਿੱਚ ਕੋਰਿਲੇਟ ਕਰਦੇ। ਇਹ ਲਾਲ ਕਿਲੇ ਵਾਲੀ ਕਹਿੰਦੇ ਵੀ ਨਾ ਤਾਂ ਪੁਲਵਾਮਾ ਦੀ ਕਿਸੇ ਨੇ ਜਾਂਚ ਕਰਾਈ ਹੈ ਜੀ, ਅਸੀਂ ਮੰਗ ਕਰਦੇ ਹਾਂ ਕਿ ਉਹਦੀ ਜਾਂਚ ਕਰਾਓ, ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤੇ ਜਾਂਚ ਕਰਵਾਈ ਜਾਵੇ ਲਾਲ ਕਿਲੇ ਵਾਲੇ ਘਟਨਾਕ੍ਰਮ ਦੀ। ਲਾਲ ਕਿਲੇ ਵਾਲੇ ਘਟਨਾਕ੍ਰਮ ਦੀ ਸਥਿਤੀ ਦਾ ਤੁਸੀਂ ਦੇਖੋ ਕਿ ਚਲੋ ਆਪੋਜੀਸ਼ਨ ਤਾਂ ਕਹੇ ਕੱਲ ਤੱਕ ਜਿਹੜੀ ਪਾਰਟੀ ਬੀਜੇਪੀ ਦੇ ਨਾਲ ਖੜੀ ਸੀ ਜੀ, ਜਿਹੜੀ NDA ਦਾ ਹਿੱਸਾ ਸੀ, ਜਿਹੜੀ ਪੁਲਵਾਮਾ ਦੇ ਸਰਜੀਕਲ ਸਟ੍ਰਾਈਕ ਤੋਂ ਬਾਅਦ ਬਹੁਤ ਹੁਬ ਕੇ ਕਹਿੰਦੀ ਹੁੰਦੀ ਸੀ ਕਿ ਸਰਜੀਕਲ ਸਟ੍ਰਾਈਕ ਕਰਤਾ ਜੀ, ਲਾਲ ਕਿਲੇ ਦੇ ਬਾਰੇ ਉਹ ਕੀ ਕਹਿੰਦੀ ਹੈ? ਉਸੇ ਪਾਰਟੀ ਦੀ ਜਿਹੜੀ ਹੈਗੀ ਹੈ ਪ੍ਰਤੀਨਿਧ ਬੀਬਾ ਹਰਸਿਮਰਤ ਕੌਰ ਬਾਦਲ ਜਦੋਂ ਪਾਰਲੀਮੈਂਟ 'ਚ ਬੋਲਦੀ ਹੈ ਜੀ, ਪਹਿਲੀ ਵਾਰੀ ਮਤਲਬ ਪੂਰੀ ਤਿਆਰੀ ਕਰਕੇ ਉਹ ਪਾਰਲੀਮੈਂਟ 'ਚ ਗਈ ਔਰ ਉਹਦੇ ਹੱਥ ਦੇ ਵਿੱਚ ਜਿਹੜੀਆਂ ਹੈਗੀਆਂ ਤਸਵੀਰਾਂ ਫੜੀਆਂ ਹੋਈਆਂ ਸੀ। ਉਹ ਜਦੋਂ ਇੱਕ ਬੰਦੇ ਦੀ ਐਂ ਫੜਦੀ ਹੈ, ਤਸਵੀਰ ਫੜ ਕੇ ਦਿਖਾਉਂਦੀ ਹੈ ਕਿ ਆਹ ਬੰਦਾ ਕਿਹਨਾਂ ਦਾ ਹੈ ਜੀ, ਇਹ ਬੰਦੇ ਦੀਆਂ ਤਸਵੀਰਾਂ ਕਿਹਦੇ ਨਾਲ ਹੈ। ਉਹ ਬੰਦੇ ਦਾ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ, ਆਪਾਂ ਨੂੰ ਗਾਲਾਂ ਤਾਂ ਬਹੁਤ ਕੱਢੀ ਜਾਂਦੀ ਕਿ ਉਹਦਾ ਜਿਹੜਾ ਕੱਚਾ ਚਿੱਠਾ ਕਿਉਂ ਫੋਲਤਾ, ਇਸੇ ਕਰਕੇ। ਲੇਕਿਨ ਬੀਬੀ ਹਰਸਿਮਰਤ ਕੌਰ ਕਹਿੰਦੀ ਹੈ ਕਿ ਆਹ ਬੰਦਾ ਤਾਂ ਤੁਹਾਡਾ ਹੈ। ਇਹ ਉਹ ਤੋਂ ਬਾਅਦ ਉਸ ਬੰਦੇ ਦਾ ਇਨਾਮ ਰੱਖਿਆ ਗਿਆ ਜੀ, ਉਹ ਤੋਂ ਪਹਿਲਾਂ ਮੇਰਾ ਖਿਆਲ ਸ਼ਾਇਦ ਇਨਾਮ ਨਹੀਂ ਸੀ ਰੱਖਿਆ, ਠੀਕ ਹੈ ਨਾ।
ਉਹ ਵੀ ਇਨਾਮ ਰੱਖਿਆ ਗਿਆ ਤੇ ਫਿਰ ਉਹ ਗ੍ਰਿਫਤਾਰੀ ਵਾਲਾ ਮਾਮਲਾ ਵੀ ਹੁੰਦਾ ਹੈ। ਪਹਿਲੀ ਵਾਰੀ ਇਹ ਗੱਲ ਹੋਈ ਹੈ ਕਿ ਜਿਹੜੀ ਇਹ ਕਨਸਪੀਰੇਸੀ ਹੈ, ਇਹ ਕਨਸਪੀਰੇਸੀ ਨੂੰ ਰਚਣ ਵਾਲੇ ਵੀ ਕੇਂਦਰ ਸਰਕਾਰ ਵਾਲੇ ਹੈ ਜੀ, ਕਿਉਂਕਿ ਦਿੱਲੀ ਦੀ ਪੁਲਿਸ ਹੈ ਜਿਹੜੀ ਉਹ ਕੇਂਦਰ ਦੇ ਡਾਇਰੈਕਟ ਕੰਟਰੋਲ ਚ ਬਿਲਕੁਲ। ਔਰ ਇਹ ਗੱਲਾਂ ਵੀ ਆ ਗਈਆਂ ਕਿ ਜਿਹੜੀਆਂ ਹੈਗੀਆਂ ਲੋਕਾਂ ਨੂੰ, ਮੌਬ ਨੂੰ, ਜੀ, ਜਿਹੜੇ ਕਿਸਾਨ ਪਰੇਡ ਦੇ ਵਿੱਚ ਸ਼ਾਮਲ ਹੋਏ ਸੀ, ਅਧਿਕਾਰਤ ਰੂਟ ਦੇ ਵਾਲੇ ਪਾਸੇ ਬੈਰੀਕੇਡ ਲਾ ਕੇ ਜੀ, ਉਧਰੋਂ ਰੋਕ ਕੇ ਉਹਨਾਂ ਨੂੰ ਲਾਲ ਕਿਲੇ ਵਾਲੇ ਪਾਸੇ ਤੋਰਿਆ ਗਿਆ ਸੀ। ਸੋ ਕਿਸਾਨਾਂ ਨੇ ਜਿੱਥੇ ਸਾਡੇ ਮਤਲਬ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ, ਜੀ, ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ, ਉੱਥੇ ਇਹ ਕਿਸਾਨ ਭਾਈਚਾਰੇ ਨੂੰ ਮੈਂ ਤਾਂ ਕਹੂੰਗਾ ਵੀ ਸਲਾਮ ਹੈ ਉਹਨਾਂ ਨੂੰ ਤਾਂ, ਜੀ, ਕਿ ਉਹਨਾਂ ਨੇ 2 ਸਾਲਾਂ ਬਾਅਦ ਇਸ ਮਾਮਲੇ ਨੂੰ ਮੁੜ ਜਿੰਦਾ ਕਰ ਦਿੱਤਾ ਜੀ, ਕਿ ਸਾਜ਼ਿਸ਼ਕਾਰੀ ਕੌਣ ਹੈ, ਸਾਜ਼ਿਸ਼ੀ ਹੱਥ ਦਾ ਪਤਾ ਲਾਓ, ਚਾਹੇ ਉਹ ਪੁਲਵਾਮਾ ਹੈ ਤੇ ਚਾਹੇ ਉਹ ਲਾਲ ਕਿਲੇ ਦੀ ਹਿੰਸ ਹੈ। ਜੀ, ਤੇ ਢਿੱਲੋਂ ਸਾਹਿਬ, ਇਹ ਜੇਪੀ ਦਲਾਲ ਕੌਣ ਹੈ ਜੀ ਜਿਹਦੇ ਪੁਤਲੇ ਸਾੜੇ ਗਏ? ਨਾ ਹੀ ਵੈਸੇ ਆਪਣੇ ਪੰਜਾਬ ਦੇ ਵਿੱਚ ਤਾਂ ਦਲਾਲ ਕਿਸੇ ਨੂੰ ਹੋਰ ਹੀ ਕੁਝ ਕਹਿੰਦੇ ਹੈ, ਜੀ, ਲੇਕਿਨ ਹਰਿਆਣੇ ਦੇ ਵਿੱਚ ਇੱਕ ਭਾਈਚਾਰੇ ਦਾ ਗੋਤ ਵੀ ਦਲਾਲ ਹੈ। ਜੇਪੀ ਦਲਾਲ ਲੀਡਰ ਹੈ ਜੀ ਭਾਰਤੀ ਜਨਤਾ ਪਾਰਟੀ ਦਾ, ਮੇਰਾ ਖਿਆਲ ਖੇਤੀਬਾੜੀ ਮੰਤਰੀ ਉੱਥੇ ਦਾ ਜੀ। ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਹੀ ਇਤਰਾਜ਼ਯੋਗ ਬਿਆਨ ਦਿੱਤਾ ਸੀ। ਬਿਆਨ ਸੀ ਕਿ ਜਿਹੜੇ ਕਿਸਾਨਾਂ ਦੀ ਮੌਤ ਹੋ ਰਹੀ ਹੈ, ਜਾਂ ਹੁਣ ਤੱਕ ਜਿਹੜੀਆਂ ਮੌਤਾਂ ਹੋ ਚੁੱਕੀਆਂ ਹੈ, ਆਮ ਤਾਂ ਜਿਹੜੇ ਹੈਗੇ ਹੈ ਜਿਹੜੇ ਅੰਕੜੇ ਦੱਸਦੇ ਕਿ 200 ਤੋਂ ਉੱਪਰ ਮੌਤਾਂ ਹੋ ਗਈਆਂ ਜੀ, ਤਿੰਨੇ ਹੀ ਬਾਰਡਰਾਂ ਤੇ, ਸਾਰੇ ਜਿੰਨੇ ਵੀ ਹੈਗੇ ਉੱਥੇ ਜਿਹੜੇ ਹੈਗੇ ਬਾਰਡਰਾਂ ਦੇ ਉੱਤੇ ਜਿੱਥੇ ਜਿੱਥੇ ਵੀ ਕਿਸਾਨ ਬੈਠੇ ਹੈ, ਜੀ, ਕਿਸਾਨ ਮੋਰਚੇ ਨੂੰ ਮਤਲਬ 200 ਤੋਂ ਉੱਪਰ ਜਿਹੜੇ ਹੈਗੇ ਆ ਸ਼ਹੀਦਾਂ ਦਾ ਜੀ, ਰੰਗ ਚੜਿਆ ਵਾ ਉਹਨਾਂ ਦੇ ਖੂਨ ਦਾ। ਜੀ, ਲੇਕਿਨ 100 ਤੋਂ ਉੱਪਰ ਇਕੱਲੇ ਪੰਜਾਬ ਦੇ। ਅੱਛਾ ਜੀ। ਪੰਜਾਬ ਦੇ ਹੀ ਸਰਕਾਰ ਨੂੰ ਆਪਾਂ ਇਹ ਕਹਾਂਗੇ, ਪੰਜਾਬ ਦੀ ਸਰਕਾਰ ਨੇ ਵਧੀਆ ਗੱਲ ਕੀਤੀ ਹੈ ਕਿ ਇੱਕ ਤਾਂ ਹਰ ਜਿਹੜਾ ਬੰਦਾ ਕਿਸਾਨ ਮੋਰਚੇ ਦਾ ਸ਼ਹੀਦ ਆ 5 ਲੱਖ ਰੁਪਈਆ ਮੁਆਵਜ਼ਾ, ਤੇ ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਦਾ ਇਹਨਾਂ ਨੇ ਐਲਾਨ ਕੀਤਾ ਹੈ। ਮੇਰੇ ਖਿਆਲ ਮੁਤਾਬਕ ਵੀ ਜਿਹੜਾ ਬੰਦਾ ਚਲਾ ਗਿਆ ਉਹ ਵਾਪਸ ਤਾਂ ਨਹੀਂ ਆ ਸਕਦਾ, ਲੇਕਿਨ ਇੱਕ ਆਰਜੀ ਰਾਹਤ ਜ਼ਰੂਰ ਹੈ ਪਰਿਵਾਰ ਨੂੰ, ਔਰ ਉਹ ਹੋਣੀ ਚਾਹੀਦੀ ਹੈ। ਕੇਂਦਰ ਸਰਕਾਰ ਨੇ ਇਹਦੇ ਪ੍ਰਤੀ ਬੜੀ ਬੇਰੁਖੀ ਧਾਰਨ ਕੀਤੀ ਹੋਈ ਹੈ। ਜੀ, ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਸਾਡੇ ਜਿਹੜੇ ਖੇਤੀਬਾੜੀ ਮੰਤਰੀ ਹੈ ਨਰਿੰਦਰ ਤੋਮਰ ਸਾਹਿਬ ਆਪਣੇ ਆਪ ਨੂੰ ਤਾਂ ਕਹਿੰਦੇ ਜੀ ਕਿਸਾਨਾਂ ਦੇ ਦੁੱਖ ਦਰਦ ਦੇ ਵਿੱਚ ਮੇਰਾ ਤਾਂ ਮਤਲਬ ਰਾਤ ਨੂੰ ਰਾਤਾਂ ਦੀ ਨੀਂਦ ਹਰਾਮ ਹੋਈ ਪਈ ਹੈ, ਨੀਂਦ ਨਹੀਂ ਆਉਂਦੀ, ਮੈਂ ਬਹੁਤ ਦੁਖੀ ਹਾਂ। ਤੇ ਉਹਨਾਂ ਨੂੰ ਇੱਕ ਸਵਾਲ ਪੁੱਛਿਆ ਸੀ ਪਾਰਲੀਮੈਂਟ ਦੇ ਵਿੱਚ ਕਿ ਕਿੰਨੇ ਕਿਸਾਨਾਂ ਦੀ ਮੌਤ ਹੋ ਗਈ ਹੈ ਦੱਸਿਆ ਜਾਵੇ ਜੀ, ਤੇ ਸ਼੍ਰੀਮਾਨ ਜੀ ਨੇ ਕਿਹਾ ਕਹਿੰਦੇ ਸਾਡੇ ਕੋਲ ਤਾਂ ਡਾਟਾ ਹੀ ਨਹੀਂ, ਅੰਕੜੇ ਹੀ ਨਹੀਂ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਿਹੜੇ ਵੀ ਕਿਸਾਨ ਦੀ ਮੌਤ ਹੁੰਦੀ ਹੈ ਉਸ ਦਾ ਅਧਿਕਾਰਤ ਤੌਰ ਤੇ ਵਿਧੀਵਤ ਉਹਦਾ ਪੋਸਟਮਾਰਟਮ ਹੋਣਾ। ਕਿਸਾਨ ਤੇ ਇਸ ਗੱਲ ਤੋਂ ਬੜੀਆਂ ਸੁਚੇਤ ਹੈ, ਜਦੋਂ ਕਿਸੇ ਬੰਦੇ ਦੀ ਮੌਤ ਹੋ ਜਾਂਦੀ ਉਹ ਇਮੀਡੀਏਟ ਹਸਪਤਾਲ ਲੈ ਕੇ ਜਾਂਦੇ, ਉਹਦਾ ਪੋਸਟਮਾਰਟਮ ਹੁੰਦਾ ਹੈ। ਜੇ ਖੇਤੀਬਾੜੀ ਮੰਤਰੀ ਸਾਹਿਬ ਚਾਹੁੰਦੇ ਹੁੰਦੇ ਉਹਨਾਂ ਨੇ ਇੱਕੋ ਹੀ ਮਤਲਬ ਜਿਹੜਾ ਆਪਣੇ ਮਹਿਕਮੇ ਨੂੰ ਕਹਿਣਾ ਸੀਗਾ ਵੀ ਲਓ ਸਾਰੇ ਡਾਟੇ ਲਓ, ਸਾਰੀਆਂ ਸਟੇਟਾਂ ਤੋਂ ਡਾਟੇ ਲੈ ਕੇ ਤੇ ਦੱਸੋ ਜੀ। 200 ਤੋਂ ਉੱਪਰ ਬੰਦਾ ਮਰ ਗਿਆ ਤੇ ਖੇਤੀਬਾੜੀ ਮੰਤਰੀ ਕਹਿੰਦਾ ਮੈਨੂੰ ਪਤਾ ਹੀ ਨਹੀਂ। ਮੇਰਾ ਖਿਆਲ ਵੀ ਐਦੋਂ ਭੱਦਾ ਮਜ਼ਾਕ ਜੀ ਸ਼ਹਾਦਤਾਂ ਨਾਲ ਨਹੀਂ ਹੋ ਸਕਦਾ। ਨਹੀਂ, ਉਹ ਸ਼ਹਾਦਤਾਂ ਉਹਨਾਂ ਦੀਆਂ ਜਿਨ੍ਹਾਂ ਨੂੰ ਅੰਨਦਾਤਾ ਕਹਿੰਦੇ, ਕੱਲਾ ਅੰਨਦਾਤਾ ਨਹੀਂ, ਉਹ ਅੰਨਦਾਤਾ ਵੀ ਹੈ ਤੇ ਉਹ ਦੇਸ਼ ਦਾ ਰਖਵਾਲਾ ਵੀ ਹੈ, ਕਿਉਂਕਿ ਉਹਨਾਂ ਦੇ ਪੁੱਤ ਭਤੀਜੇ ਭਰਾ ਜੀ ਉਹ ਸਰਹੱਦਾਂ ਦੀ ਰਾਖੀ ਵੀ ਕਰਦੇ। ਜੇ ਉਹ ਸਰਹੱਦਾਂ ਦੀ ਰਾਖੀ ਕਰਦੇ ਤੇ ਜ਼ਮੀਨਾਂ ਦੀ ਰਾਖੀ ਵੀ ਕਰਦੇ, ਅੰਦੋਲਨ ਕਰਦੇ। ਇਹਨਾਂ ਨੂੰ ਜੇਪੀ ਦਲਾਲ ਸਾਹਿਬ ਕਹਿੰਦੇ ਜਿਹੜੇ ਲੋਕ ਉੱਥੇ ਮਰੇ ਆ ਨਾ, ਜੇ ਘਰੇ ਹੁੰਦੇ ਫਿਰ ਵੀ ਤਾਂ ਮਰਨਾ ਹੀ ਸੀ ਨਾ ਜੀ। ਦੱਸ, ਇੱਕ ਵਾਰੀ ਤੁਹਾਡੇ ਯਾਦ ਹੋਣਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਗੱਲ ਕਹੀ ਸੀ ਕਿ ਬੇਲੜ ਲੋਕ ਧਰਨੇ ਮਾਰਦੇ ਤੇ ਫਿਰ ਬੇਲੜ ਲੋਕਾਂ ਨੇ ਫਿਰ ਜਦੋਂ 2017 ਦੀਆਂ ਇਲੈਕਸ਼ਨਾਂ ਆਈਆਂ ਸੀ ਉਹਨਾਂ ਨੇ ਦੱਸਤਾ ਸੀ ਜੀ ਵੀ ਅਸੀਂ ਸ਼ੌਕ ਨੂੰ ਧਰਨੇ ਮਾਰਦੇ ਸੀ, ਫਿਰ ਆਪ ਬਹਿਣਾ ਪੈ ਗਿਆ ਤੇ ਫਿਰ ਆਪ ਧਰਨੇ ਤੇ ਬੈਠਣਾ ਤੇ ਫਿਰ ਸੋਸ਼ਲ ਮੀਡੀਆ ਤੇ ਲੋਕਾਂ ਨੇ ਯਾਦ ਵੀ ਕਰਾਉਣਾ ਕੀਤਾ ਵੀ ਆਪਾਂ ਵੀ ਵਿਹਲੇ ਹੋ ਗਏ, ਆਪਾਂ ਹੀ ਵਿਹਲੇ ਹੋ ਗਏ। ਠੀਕ ਹੈ, ਵੀ ਲੋਕਾਂ ਨੇ ਇਸ ਕਰਕੇ ਜਿਹੜੇ ਪੋਲੀਟੀਕਲ ਬੰਦੇ ਆ ਨਾ ਇਹਨਾਂ ਨੂੰ ਬੋਲਣ ਤੋਂ ਪਹਿਲਾਂ ਤੋਲਣਾ ਚਾਹੀਦਾ, 10 ਵਾਰੀ ਸੋਚਣਾ ਚਾਹੀਦਾ, 10 ਵਾਰੀ ਸੋਚਣਾ ਚਾਹੀਦਾ। ਹੁਣ ਜੇਪੀ ਦਲਾਲ ਦੀ ਹਾਲਤ ਕੀ ਹੋ ਗਈ? ਹਰਿਆਣੇ ਦੇ ਪਿੰਡ ਦੇ ਵਿੱਚ ਉਹਦੇ ਪੁਤਲੇ ਫੂਕਣੇ ਸ਼ੁਰੂ ਕਰ ਦਿੱਤੇ। ਮੇਰੇ ਕੋਲੇ ਅਜੇ ਤੱਕ ਪੁਸ਼ਟੀ ਤਾਂ ਨਹੀਂ ਮੈਂ ਕਰ ਸਕਦਾ, ਲੇਕਿਨ ਸੋਸ਼ਲ ਮੀਡੀਆ ਤੇ ਜਿਹੜੀ ਨਿਊਜ਼ ਇੱਕ ਚੱਲ ਰਹੀ ਹੈ ਜੀ, ਉਹਦੇ ਮੁਤਾਬਕ ਕਹਿੰਦੇ ਜੀ ਮਾਫੀ ਵੀ ਮੰਗ ਰਹੀ ਹੁਣ ਕਿ ਮੈਥੋਂ ਤਾਂ ਮੂੰਹ ਚੋਂ ਗੱਲ ਨਿਕਲ ਗਈ। ਅੱਛਾ ਜੀ, ਤੂੰ ਜ਼ਿੰਮੇਵਾਰ ਮੰਤਰੀ ਹੈ, ਖੇਤੀਬਾੜੀ ਦਾ ਤੇਰੇ ਕੋਲ ਮਹਿਕਮਾ ਹੈ, ਕਿਸਾਨਾਂ ਦੀ ਭਲਾਈ ਦਾ ਮਹਿਕਮਾ ਹੈ, ਤੇ ਤੇਰੇ ਮੂੰਹ ਚੋਂ ਨਿਕਲ ਗਈ ਇਹਦਾ ਮਤਲਬ ਵੀ ਤੇਰਾ ਇੰਨਾ ਕੀ ਆਪਦੀ ਜ਼ੁਬਾਨ ਦੇ ਉੱਤੇ ਕੰਟਰੋਲ ਹੈ, ਤੇਰੀ ਮਾਨਸਿਕਤਾ ਦੇ ਉੱਤੇ ਤੇਰਾ ਇੰਨਾ ਕੀ ਕੰਟਰੋਲ ਹੈ। ਇਹ ਹੈ ਜੀ। ਹੁਣ ਉਹ ਲੈਣੇ ਤੇ ਦੇਣੇ ਪੈਣਗੇ ਜੀ। ਆ ਗਈਆਂ ਉੱਥੇ ਨਹੀਂ, ਇਕੱਲੀਆਂ ਚੋਣਾਂ ਨਹੀਂ ਆ ਉੱਥੇ, ਚੋਣਾਂ ਮੇਰਾ ਖਿਆਲ ਸ਼ਾਇਦ ਵਕਤ ਤੋਂ ਪਹਿਲਾਂ ਹੀ ਆ ਜਾਣ। ਪ੍ਰਕਾਸ਼ ਚੌਟਾਲਾ ਬਾਹਰ ਆਏ ਵੀ ਹੈ, ਉਹਨਾਂ ਨੇ ਕਹਿ ਦਿੱਤਾ ਮੱਧਕਾਲੀ ਚੋਣਾਂ ਆਉਣਗੀਆਂ ਕਿਉਂਕਿ 31 ਮਾਰਚ ਤੋਂ ਪਹਿਲਾਂ ਹਰਿਆਣਾ ਦੀ ਵਿਧਾਨ ਸਭਾ ਦਾ ਸੈਸ਼ਨ ਬੁਲਾਉਣਾ ਬਹੁਤ ਜ਼ਰੂਰੀ ਹੈ। ਉਹ ਜਿਹੜਾ ਬਜਟ ਪਾਸ ਕਰਵਾਉਣਾ ਤੇ ਜੀ ਬਜਟ ਪਾਸ ਤੋਂ ਬਗੈਰ ਤਾਂ ਗੱਲ ਬਣਨੀ ਨਹੀਂ ਬਿਲਕੁਲ। ਔਰ ਨਾਲ ਫਿਰ ਇਹ ਹੈ ਕਿ ਜਿਹੜੇ ਆਜ਼ਾਦ ਵਿਧਾਇਕ ਹੈ ਤੇ JJP ਜੀ ਜਨ ਹਿਤ ਜਨਤਾ ਪਾਰਟੀ ਹੈ, ਜਿਹੜੀ ਜਨ ਨਾਇਕ ਜਨਤਾ ਪਾਰਟੀ, ਉਹਦੇ
ਐਮਐਲਏ ਦੇ ਉੱਤੇ ਪ੍ਰੈਸ਼ਰ ਵੀ ਵਧਣਾ ਸ਼ੁਰੂ ਹੋ ਗਿਆ। ਵਧਣਾ ਹੋ ਗਿਆ ਜੀ, ਪੈਗਣਾ ਕੱਲ ਸ਼ੁਰੂ ਹੋ ਕੱਲ ਕੱਲ ਤਾਂ ਇੱਕ ਜਿਹੜਾ ਹੈਗਾ ਜ਼ਿਲ੍ਹਾ ਪ੍ਰਧਾਨ ਹੀ ਅਸਤੀਫਾ ਦੇ ਗਿਆ। ਦੱਸੋ। ਉਹ ਪ੍ਰੈਸ਼ਰ ਵਧਣਾ ਸ਼ੁਰੂ ਹੋ ਗਿਆ ਤੇ ਭੁਪਿੰਦਰ ਹੁੱਡਾ ਕੱਚਾ ਖਿਡਾਰੀ ਨਹੀਂ, ਨੋ ਕੌਨਫੀਡੈਂਸ ਮੋਸ਼ਨ ਲੈ ਕੇ ਉਹ ਲੈ ਕੇ ਆਊਗਾ, ਔਰ ਨੋ ਕੌਨਫੀਡੈਂਸ ਮੋਸ਼ਨ ਦੇ ਵਿੱਚ ਕੁਝ ਵੀ ਹੋ ਸਕਦਾ ਹੈ। ਇਸ ਕਰਕੇ ਇਲੈਕਸ਼ਨ ਐਬਸੈਂਟ ਹੋ ਗਏ ਤਾਂ ਵੀ ਗਏ, ਹੋ ਗਏ। ਬਿਲਕੁਲ ਬਿਲਕੁਲ ਇਹੀ ਚੀਜ਼ ਹੈ ਜਿਹੜੀ ਓਮ ਪ੍ਰਕਾਸ਼ ਓਮ ਪ੍ਰਕਾਸ਼ ਚੌਟਾਲਾ ਹੋਰਾਂ ਨੇ ਕਿਹਾ ਕਿ ਮੱਧਕਾਲੀ ਚੋਣਾਂ ਆ ਸਕਦੀਆਂ, ਤੇ ਫਿਰ ਦਲਾਲ ਸਾਹਿਬ ਨੂੰ ਪੁੱਛਾਂਗੇ ਜੇ ਮੱਧਕਾਲੀ ਚੋਣਾਂ ਆ ਗਈਆਂ ਕੀ ਹੈ। ਇੱਕ ਗੱਲ ਬਲਬੀਰ ਸਿੰਘ ਰਾਜੇਵਾਲ ਨੇ ਕਹੀ ਸੀ ਜੀ ਕਿ ਪਾਰਲੀਮੈਂਟ ਦੇ ਸੈਸ਼ਨ ਤੇ ਸਾਡੀ ਨਿਗਾਹ ਹੈ, ਪਾਰਲੀਮੈਂਟ ਦੇ ਜਿਨ੍ਹਾਂ ਮੈਂਬਰਾਂ ਨੇ ਮੁਖਾਲਫਤ ਕੀਤੀ ਨਾ ਰਾਤਾਂ ਦੀ ਨੀਂਦ ਹਰਾਮ ਕਰ ਦਿਆਂਗੇ ਜੀ ਉਹਨਾਂ ਦੇ ਇਲਾਕਿਆਂ ਜਾ ਕੇ। ਤੇ ਹਰਿਆਣੇ ਵਾਲੇ ਤਾਂ ਖਾਪ ਪੰਚਾਇਤਾਂ ਵਾਲੇ ਉਹਦਾ ਹਾਂ, ਉਹ ਤਾਂ ਮਤਲਬ ਕੱਲੀ ਚੀਜ਼ ਦਾ ਹਿਸਾਬ ਰੱਖਦੇ। ਖਾਪ ਪੰਚਾਇਤਾਂ ਬਹੁਤ ਮਜ਼ਬੂਤ ਹੈ, ਭਾਈਚਾਰਿਆਂ ਦੀ ਪੰਚਾਇਤਾਂ ਜਿਹੜੇ ਭਾਈਚਾਰੇ ਦੇ ਝਗੜੇ ਉਹ ਨਿਬੇੜਦੀਆਂ ਜੀ। ਲੇਕਿਨ ਹੁਣ ਕਿਉਂਕਿ ਕਮਿਊਨਿਟੀ ਹੈ, ਕਿਸਾਨ ਇੱਕ ਕਮਿਊਨਿਟੀ ਇੱਕ ਭਾਈਚਾਰਾ ਹੈ, ਉਹਨਾਂ ਤੇ ਪੈ ਗਿਆ ਵਕਤ, ਮੁਸੀਬਤ ਪੈ ਗਿਆ। ਤੇ ਕਿਵੇਂ ਖੜੀਆਂ ਹੋਈਆਂ ਖਾਪ ਪੰਚਾਇਤਾਂ। ਖਾਪ ਪੰਚਾਇਤਾਂ ਦੇ ਸੱਦੇ ਦੇ ਉੱਤੇ ਤੁਸੀਂ ਦੇਖੋ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਇਹ ਲੱਗਦਾ ਸੀ ਕਿ ਅੰਦੋਲਨ ਗਿਆ, ਲੇਕਿਨ ਟਕੈਤ ਦੀਆਂ ਅੱਖਾਂ 'ਚੋਂ ਡਿੱਗੇ ਦੋ ਹੰਝੂਆਂ ਤੋਂ ਐਡਾ ਵੱਡਾ ਹੁੰਗਾਰਾ ਮਿਲਿਆ ਹਰਿਆਣੇ 'ਚੋਂ ਤੇ ਮੋਰਚਾ ਹੜ ਲਿਆਤਾ ਜੀ, ਕਿਤੇ ਗਿਆ ਮੋਰਚਾ, ਹੜ ਆ ਗਿਆ। ਹਾਂਜੀ ਜੀ। ਸੋ ਬਿਲਕੁਲ ਜੀ ਤੁਹਾਡਾ ਤੇ ਪ੍ਰੋਗਰਾਮ ਬਾਦਸਤੂਰ ਇਸੇ ਤਰ੍ਹਾਂ ਜਾਰੀ ਰਹੇਗਾ ਜੀ। ਫਿਲਹਾਲ ਇੱਕ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਨੇ। ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ।